ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਤਤ, ਬੰਦੋ ਕਰ ਅਨੁਰਾਧ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਦੋਹਰਾ। ਬੁੱਢੇ ਸੰਮਤ ਗੁਰੂ ਹੋਏ, ਪੈਸੇ ਪੰਚ ਨਲੇਰ। ਰਾਮਦਾਸ ਕੀ ਭੇਟ ਧਰ, ਕਿਰਪਾ ਦ੍ਰਿਸ਼ਟ ਕੋ ਹੇਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀਗੇ। ਉਪਰੰਤ ਪਾਠ ਸਰਵਣ ਕੀਤਾ, ਹੁਕਮਨਾਮਾ ਸਾਹਿਬ ਸਰਵਣ ਕੀਤੇ। ਪਰਮੇਸ਼ਰ ਨੇ ਸਾਡੇ 'ਤੇ ਮਿਹਰ ਕੀਤੀ, ਜ਼ਿੰਦਗੀ ਦੇ ਵਿੱਚ ਸਾਨੂੰ ਸਮਾਂ ਬਖਸ਼ਿਸ਼ ਕੀਤਾ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣ ਦਾ ਜੀ। ਜਦੋਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠਣਾ ਤਨੋਂ ਮਨੋਂ ਬੈਠਣਾ ਹੈ ਜੀ। ਪੂਰਾ ਸੰਸਾਰ ਵਾਲੇ ਪਾਸਿਓਂ ਧਿਆਨ ਹਟਾ ਕੇ, ਉਹਦਾ ਕਾਰਨ ਇਹ ਹੈ ਜਦੋਂ ਬੰਦਾ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠਦਾ ਸੁਰਤ ਕਿਤੇ ਹੋਰ ਹੀ ਘੁੰਮੀ ਫਿਰਦੀ ਜੀ। ਇਹ ਸਾਨੂੰ ਆਪ ਨੂੰ ਪਤਾ ਹੈਗਾ ਜੀ। ਅਤੇ ਉਹ ਜਦੋਂ ਸੁਰਤ ਹੋਰ ਥਾਵਾਂ 'ਤੇ ਤੁਰੀ ਫਿਰਦੀ ਨਾ ਜੀ ਸਾਡੀ, ਅਤੇ ਗੁਰੂ ਸਾਹਿਬ ਜੀ ਨੇ ਤਨ ਦੀ ਹਾਜ਼ਰੀ 'ਤੇ ਪ੍ਰਵਾਨ ਕੀਤੀ ਹੈ, ਪਰ ਮਨ ਦੀ ਹਾਜ਼ਰੀ ਜ਼ਿਆਦਾ ਪ੍ਰਵਾਨ ਕੀਤੀ ਹੈ। ਖੇਡ ਸਾਰੀ ਧਿਆਨ ਦੀ ਹੈ। ਇਸ ਕਰਕੇ ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਅੱਖਾਂ ਬੰਦ ਕਰੋ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਧੰਨ 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 ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਦੇ ਹੋ। ਸ੍ਰੀ ਗੁਰੂ ਅਮਰਦਾਸ ਸਾਹਿਬ ਆ ਵੀ ਕਰ ਦਿਓ, ਇਧਰੋਂ ਹੋਣੇ ਆ, ਇਧਰੋਂ ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤੀ ਜੀ। ਉਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਬਾਬਾ ਮੋਹਨ ਜੀ ਇਹ ਸੋਚ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਨਹੀਂ ਟੇਕਦੇ, ਇਹ ਸਾਡੇ ਘਰ ਵਿੱਚ ਰਹੇ ਹੈ ਤੇ ਗੁਰਤਾ ਗੱਦੀ ਦੀ ਜਿਹੜੀ ਦਾਤ ਹੈ ਇਹ ਸਾਨੂੰ ਮਿਲਣੀ ਚਾਹੀਦੀ ਸੀਗੀ ਜੀ। ਬਾਬਾ ਮੋਹਨ ਜੀ ਇਹ ਸੋਚਦੇ ਆ। ਉਧਰੋਂ ਤੁਸੀਂ ਸਰਵਣ ਕੀਤਾ, ਬਾਬਾ ਮੋਹਰੀ ਜੀ ਨੇ ਬੜੀ ਨਿਮਰਤਾ ਦੇ ਨਾਲ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ ਜੀ। ਬਹੁਤੀ ਨਿਮਰਤਾ ਦੇ ਨਾਲ ਜਦੋਂ ਮਹਾਰਾਜ ਜੀ ਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕੇ ਹੈ, ਸਾਰੀ ਸੋਚ ਵਿਚਾਰ ਕੀਤੀ ਹੈ। ਗੁਰੂ ਅਮਰਦਾਸ ਜੀ ਨੇ ਬਾਬਾ ਮੋਹਰੀ ਜੀ ਨੂੰ ਪੁੱਛਿਆ, ਮੋਹਰੀ ਤੂੰ ਇਹਨਾਂ ਨੂੰ ਕੀ ਸਮਝ ਕੇ ਮੱਥਾ ਟੇਕਿਆ? ਬਾਬਾ ਮੋਹਰੀ ਜੀ ਬੜੇ ਸਿਆਣੇ ਨਿਕਲੇ। ਬਾਬਾ ਮੋਹਰੀ ਜੀ ਕਹਿਣ ਲੱਗੇ, ਮੈਂ ਇਹਨਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਜਾਣ ਕੇ ਮੱਥਾ ਟੇਕਿਆ। ਮਹਾਰਾਜ ਬੜੇ ਪ੍ਰਸੰਨ ਹੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਮੋਹਰੀ ਤੂੰ ਸਭ ਦਾ ਮੋਹਰੀ ਹੋਏ ਹੋ, ਮੋਹਰੀ ਤੁਸੀਂ ਸਾਡੀ ਖੁਸ਼ੀ ਪ੍ਰਾਪਤ ਕੀਤੀ ਹੈ। ਮੋਹਰੀ ਆਮ ਸੰਤਾਂ ਦੀਆਂ ਤੇ 21 ਕੁੱਲਾਂ ਤਰਦੀਆਂ, ਮਹਾਰਾਜ ਕਹਿਣ ਲੱਗੇ ਤੁਹਾਡੀਆਂ 42 ਤਰਨਗੀਆਂ। ਬੜੇ ਬੜੇ ਬਚਨ ਕੀਮਤੀ ਮਹਾਰਾਜ ਨੇ ਕੀਤੇ। ਮਹਾਰਾਜ ਕਹਿਣ ਲੱਗੇ, ਮੋਹਰੀ ਤੂੰ ਸਾਡਾ ਸਿੱਖ ਹੋਇਓ। ਕਹਿਣ ਲੱਗੇ, ਸਿੱਖੀ ਦੀ ਪਦਵੀ ਉਦੋਂ ਮਹਾਰਾਜ ਨੇ ਬਾਬਾ ਮੋਹਰੀ ਜੀ ਨੂੰ ਦਿੱਤੀ ਹੈ। ਸਿੱਖ ਦੀ ਪਦਵੀ ਬੜੀ ਵੱਡੀ ਹੈ ਜੀ, ਬੜੀ ਵੱਡੀ ਹੈ। ਜਿਹੜਾ ਗੁਰੂ ਜੀ ਦਾ ਬਚਨ ਮੰਨਦਾ ਹੈ ਨਾ ਜੀ, ਉਹ ਗੁਰੂ ਜੀ ਦਾ ਅਸਲ ਸਿੱਖ ਹੈਗਾ ਜੀ। ਹਾਂਜੀ, ਬਚਨ ਕਮਾਉਣ ਵਾਲਿਆ ਜਿਹੜਾ ਹੈ ਨਾ, ਉਹ ਗੁਰੂ ਜੀ ਦਾ ਮਹਾਨ ਸਿੱਖ ਹੈ, ਉਹ ਬਖਸ਼ਿਸ਼ਾਂ ਪ੍ਰਾਪਤ ਕਰਦਾ। ਸੋ ਸੰਗਤ ਜੀ, ਆਪ ਜੀ ਨੇ ਸਾਰਾ ਪ੍ਰਸੰਗ ਸਰਵਣ ਕੀਤਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਗੁਰਤਾ ਗੱਦੀ ਰਹਿਣ ਦਿਓ ਤੇ ਮੈਨੂੰ ਵੀ ਸਿੱਖੀ ਦੇ ਦਿਓ। ਮਹਾਰਾਜ ਕਹਿੰਦੇ, ਨਹੀਂ ਇਹ ਤੇ ਤੁਹਾਡੇ ਕੋਲ ਰਹੇਗੀ। ਬੀਬੀ ਭਾਨੀ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਗੁਰਤਾ ਗੱਦੀ ਘਰ 'ਚ ਰਵੇ। ਮਹਾਰਾਜ ਕਹਿੰਦੇ, ਫਿਰ ਹੁਣ ਤੁਸੀਂ ਦਰਿਆ ਵਿੱਚ ਬੰਨ੍ਹ ਪਾਤਾ, ਰਹੇਗੀ ਤੇ ਘਰ ਵਿੱਚ, ਪਰ ਬੜੇ ਬੜੇ ਉਪਦਰਵ ਹੋਣਗੇ। ਉਹ ਸਮੇਂ ਦੇ ਨਾਲ ਬਚਨ ਵਰਤੇ। ਹੁਣ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਉਹ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ ਆ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। 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 ਅੱਜ ਸੰਗਰਾਂਦ ਦਾ ਵੀ ਦਿਹਾੜਾ ਹੈ, ਅਸੀਂ ਉਸ ਦੀ ਵੀ ਵਿਚਾਰ ਕਰਨੀ ਹੈ। ਸੋ ਬੜੇ ਪਿਆਰ ਨਾਲ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਬੁੱਢੇ ਸੰਮਤ ਗੁਰੂ ਹੋਏ, ਪੈਸੇ ਪੰਚ ਨਲੇਰ, ਰਾਮਦਾਸ ਕੀ ਭੇਟ ਧਰ, ਕਿਰਪਾ ਦ੍ਰਿਸ਼ਟ ਕੋ ਹੇਰ। ਧੰਨ ਧੰਨ ਬਾਬਾ ਬੁੱਢਾ ਜੀ ਨੇ ਸਾਰੀ ਸੰਗਤ ਵਿੱਚ 5 ਪੈਸੇ ਨਾਰੀਅਲ ਗੁਰੂ ਰਾਮਦਾਸ ਜੀ ਦੇ ਅੱਗੇ ਰੱਖਿਆ। ਫਿਰ ਸਾਧ ਸੰਗਤ ਜੀ ਬਾਬਾ ਜੀ ਨੇ ਮੱਥਾ ਟੇਕਿਆ ਗੁਰੂ ਰਾਮਦਾਸ ਜੀ ਨੂੰ। ਹਾਂਜੀ। ਚੌਪਈ ਕਰੀ ਪ੍ਰਦਰਸ਼ਨ ਫਿਰ ਚਹੁ ਉਰੇ, ਤੇ 4 ਚੁਫੇਰੇ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਪਰਿਕਰਮਾ ਕੀਤੀ ਜੀ। ਆਮ ਸਿੱਖਾਂ ਵਿੱਚੋਂ ਸਭ ਤੋਂ ਪਹਿਲਾ ਹੱਕ ਜਿਹੜਾ ਨਾ ਜੀ, ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜੀ। ਹਾਂਜੀ। ਬੰਧਨ ਕਰਤ ਭਏ ਕਰ ਜੋਰੇ, ਬੰਧਨ ਕਹਿਣਾ ਭੋਲਾ। ਬੰਧਨ ਉਹ ਬਾਬਾ ਜੀ ਨੇ ਬੜੇ ਪਿਆਰ ਨਾਲ ਬੰਦਨਾ ਕੀਤੀ, ਮੱਥਾ ਟੇਕਿਆ ਜੀ। ਹਾਂਜੀ।
ਤਬੈ ਮੋਹਰੀ ਸੰਗਤ ਹੈ ਕੈ। ਫਿਰ ਸਾਧ ਸੰਗਤ ਜੀ ਬਾਬਾ ਮੋਹਰੀ ਜੀ ਅੱਗੇ ਹੋਏ ਜੀ। ਹਾਂਜੀ। ਨਮੋ ਮੋਹਰੀ ਕੇ ਸਿਰ ਨੈ ਕੈ। ਤੇ ਬਾਬਾ ਮੋਹਰੀ ਜੀ ਨੇ ਬੜੇ ਪਿਆਰ ਨਾਲ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਜੀ। ਆਸੇ ਪਾਸੇ ਗੱਲ ਪ੍ਰਸਿੱਧ ਹੋ ਗਈ, ਸ੍ਰੀ ਗੁਰੂ ਰਾਮਦਾਸ ਸਾਹਿਬ ਅੱਜ ਤੋਂ ਸਤਿਗੁਰੂ ਹਨ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਨੇ ਸੰਗਤਾਂ ਨੇ ਕੀ ਜਾਣ ਕੇ ਮੱਥਾ ਟੇਕਿਆ? ਸਿੱਖਾਂ ਨੇ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਦਾ ਰੂਪ ਜਾਣ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪੁਨ ਸਭ ਸਿੱਖਨ ਕੀਨਸ ਬੰਧਨ। ਹਾਂਜੀ। ਜਾਨ ਗੁਰੂ ਗਨ ਪਾਪ ਨਿਕੰਦਨ। ਤੇ ਸਾਧ ਸੰਗਤ ਜੀ ਫਿਰ ਸਾਰੇ ਸਿੱਖਾਂ ਨੇ ਮੱਥਾ ਟੇਕਿਆ ਜੀ। ਔਰ ਇਹ ਭਾਵਨਾ ਰੱਖੀ ਗੁਰੂ ਰਾਮਦਾਸ ਸਾਹਿਬ ਸਾਡੇ ਪਾਪਾਂ ਤੋਂ ਸਾਨੂੰ ਮੁਕਤ ਕਰਾਉਣਗੇ ਜੀ। ਵੱਡੇ ਵੱਡੇ ਪਾਪ ਧੰਨ ਗੁਰੂ ਰਾਮਦਾਸ ਜੀ ਦਾ ਨਾਮ ਲਿਆਂ ਦੂਰ ਹੁੰਦੇ ਜੀ। ਇਮ ਦੈ ਕਰ ਸਭ ਜਗ ਗੁਰਿਆਈ। ਇਸ ਤਰੀਕੇ ਨਾਲ ਧੰਨ ਗੁਰੂ ਅਮਰਦਾਸ ਜੀ ਨੇ ਸਾਰੇ ਜਗਤ ਦੀ ਜਿਹੜੀ ਗੁਰਿਆਈ ਹੈ ਉਹ ਗੁਰੂ ਰਾਮਦਾਸ ਜੀ ਨੂੰ ਦਿੱਤੀ ਜੀ। ਹਾਂਜੀ। ਹਿਤ ਪ੍ਰਲੋਕ ਹੈ ਤਿਆਰ ਗੁਸਾਈ। ਪਰ ਹੁਣ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਪਿਆਰਿਓ ਜਿੱਥੇ ਇੱਕ ਸਮਾਂ ਖੁਸ਼ੀ ਦਾ ਉੱਥੇ ਸਿੱਖ ਸੰਗਤਾਂ ਅੰਦਰ ਬੈਰਾਗ ਦੀ ਲਹਿਰ ਵੀ ਹੈ। ਉਹਦਾ ਕਾਰਨ ਇਹ ਹੈ ਧੰਨ ਗੁਰੂ ਅਮਰਦਾਸ ਜੀ ਨੇ ਪ੍ਰਲੋਕ ਜਾਣ ਦੀ ਤਿਆਰੀ ਕੀਤੀ ਜੀ। ਅੱਜ ਤੱਕ ਜਿਸ ਸਤਿਗੁਰੂ ਦੇ ਸਰੀਰ ਦੇ ਸੰਗਤਾਂ ਦਰਸ਼ਨ ਕਰਦੀਆਂ ਸਨ, ਹੁਣ ਉਸ ਸਰੀਰ ਦੇ ਦਰਸ਼ਨ ਨਹੀਂ ਸੀ ਹੋਣੇ ਜੀ। ਹਾਂਜੀ। ਨੇਤਰ ਪ੍ਰਫੁੱਲਿਤ ਜਨ ਅਰਬਿੰਦਾ। ਹਾਂਜੀ। ਦਿਪਤ ਬੰਧਨ ਦੁੱਤ ਇੰਦ ਮਨਿੰਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਨੇਤਰ ਸਨ ਨਾ ਉਹ ਚਮਕ ਰਹੇ ਸਨ ਜੀ। ਮਹਾਰਾਜ ਜੀ ਦੇ ਨੇਤਰਾਂ ਵਿੱਚ ਪ੍ਰਕਾਸ਼ ਸੀਗਾ ਤੇ ਮੁਖ ਜਿਹੜਾ ਨਾ ਉਹ ਚੰਦ ਵਾਂਗੂ ਲਿਸ਼ਕਾ ਮਾਰਨ ਦਿਆ ਸੀਗਾ ਜੀ। ਆਮ ਬੰਦੇ ਨੂੰ ਪਤਾ ਹੋਵੇ ਮੈਂ ਜਾਣਾ ਮੁਰਝਾ ਜਾਂਦਾ ਜੀ ਉਹ। ਹਾਂਜੀ। ਦਾਸਨ ਦੇਤ ਆਨੰਦ ਬਿਲੰਦਾ। ਸੁਦਾ ਗਿਰਾ ਦੁਖ ਧੁੰਦ ਨਿਕੰਦਾ। ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਦਾਸਾਂ ਨੂੰ ਸੁੱਖ ਹੀ ਦਿੰਦੇ ਆ। ਜਿਹੜੇ ਬਚਨ ਗੁਰੂ ਅਮਰਦਾਸ ਜੀ ਆਪਣੇ ਮੁਖੋਂ ਕਰਦੇ ਆ ਨਾ ਸੰਗਤ ਜੀ, ਉਹ ਅੰਮ੍ਰਿਤ ਤੋਂ ਵੀ ਵੱਧ ਪਵਿੱਤਰ ਹੁੰਦੇ ਆ ਜੀ। ਹਾਂਜੀ। ਜਹ ਕਹਿ ਪ੍ਰਗਟ ਵਿਸਾਲ ਪ੍ਰਸੰਗਾ। ਜਿੱਥੇ ਕਿੱਥੇ ਨਹੀਂ ਭਾਵ ਸਾਰੀਆਂ ਥਾਵਾਂ ਤੇ ਇਹ ਗੱਲ ਪ੍ਰਚਲਿਤ ਹੋ ਗਈ ਜੀ। ਹਾਂਜੀ। ਤਨ ਕੋ ਤਜਹਿ ਸੁਛੰਦ ਉਮੰਗਾ। ਗੱਜ ਕੇ ਆਖੋ ਵਾਹਿਗੁਰੂ। ਉਹ ਇਹ ਗੱਲ ਪ੍ਰਚਲਿਤ ਹੋ ਗਈ ਭਾਈ ਪਿਆਰਿਓ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰ ਤਿਆਗ ਰਹੇ ਹੈ। ਮਹਾਰਾਜ ਨੇ ਆਪਣਾ ਸਰੀਰ ਤਿਆਗ ਦੇਣਾ। ਹਾਂਜੀ। ਸੁਨ ਸੁਨ ਨਿਕਟ ਗ੍ਰਾਮ ਨਰ ਜੇਈ। ਬਸ ਉਸੇ ਵੇਲੇ ਗੋਇੰਦਵਾਲ ਸਾਹਿਬ ਦੇ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਲੋਕ ਸਨ, ਹਾਂਜੀ, ਹੇਤ ਦਰਸਬੇ ਪਹੁੰਚੈ ਤੇਈ। ਉਹ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚਣ ਲੱਗ ਪਏ ਜੀ। ਦਰਸ਼ਨਾਂ ਲਈ ਪਹੁੰਚਣ ਲੱਗ ਪਏ। ਭਾਈ ਮੋੜ ਇਹੋ ਜਿਹਾ ਸਮਾਂ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ। ਹਾਂਜੀ। ਬਾਹਨ ਪਰ ਅਰੋਹ ਕਹਿ ਆਏ। ਜਿਨ੍ਹਾਂ ਕੋਲ ਤੇ ਘੋੜੇ ਸਨ ਉਸ ਸਮੇਂ ਜੀ, ਉਹ ਤੇ ਘੋੜਿਆਂ ਤੇ ਚੜ੍ਹ ਕੇ ਆ ਗਏ ਜੀ। ਜਿਨ੍ਹਾਂ ਕੋਲ ਗੱਡੇ ਸਨ, ਕਈ ਮਨੁੱਖ ਗੱਡਿਆਂ ਵਿੱਚ ਬੈਠ ਕੇ ਆ ਗਏ। ਛੇਤੀ ਕਰੀਏ ਅਸੀਂ ਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝੇ ਨਾ ਰਹਿ ਜਾਈਏ। ਹਾਂਜੀ। ਕੋ ਪਾਇਨ ਤੇ ਤੂਰਨ ਧਾਏ। ਕੋ ਪਾਇਨ ਤੇ ਤੂਰਨ ਧਾਏ। ਕਈਆਂ ਕੋ ਘੋੜੇ ਨਹੀਂ ਸੀਗੇ, ਗੱਡੇ ਨਹੀਂ ਸੀ, ਪਰ ਆਉਣਾ ਦੂਰੋਂ ਸੀ। ਇਸ ਕਰਕੇ ਸਾਧ ਸੰਗਤ ਜੀ ਉਹ ਜਿੱਥੇ ਸਾਨੂੰ ਉੱਥੋਂ ਹੀ ਦੌੜ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਐਸਾ ਨਾ ਹੋਵੇ ਅਸੀਂ ਗੁਰੂ ਜੀ ਦੇ ਦਰਸ਼ਨਾਂ ਤੋਂ ਵਿਰਵੇਂ ਰਹਿ ਜਾਈਏ, ਅਸੀਂ ਮਹਾਰਾਜ ਦੇ ਦਰਸ਼ਨ ਕਰ ਹੀ ਨਾ ਪਾਈਏ। ਇਸ ਕਰਕੇ ਉਹ ਪੈਦਲ ਹੀ ਤੁਰ ਪਏ ਜੀ, ਦੌੜ ਪਏ ਪੈਦਲ ਹੀ ਜੀ। ਹਾਂਜੀ। ਦੁਰਲਭ ਦਰਸ਼ਨ ਵੱਡ ਫਲ ਦਾਤਾ। ਭਾਈ ਇਸ ਸਮੇਂ ਮਹਾਰਾਜ ਦੇ ਦਰਸ਼ਨ ਬੜੇ ਦੁਰਲਭ ਨੇ। ਮੁੜ ਸਰੀਰ ਤਿਆਗ ਕੇ ਨਾ ਬਚਨ ਹੋ ਸਕਦੇ ਆ, ਨਾ ਉਹ ਖਿੜਖੜਾਉਂਦੇ ਚਿਹਰੇ ਤੇ ਦਰਸ਼ਨ ਹੋ ਸਕਦੇ ਆ। ਹਾਂਜੀ। ਸੁਨ ਅਸ ਕੋ ਨ ਆਏ ਉਮਹਾਤਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਦਰਸ਼ਨ ਹੋਣ
ਤੇ ਪਿਆਰਿਓ, ਕਿਹੜਾ ਪ੍ਰੇਮੀ ਜਿਹੜਾ ਇਹੋ ਜਿਹਾ ਮੌਕਾ ਖੁੰਝਾ ਦੇਵੇ ਜੀ। ਸੰਗਤਾਂ ਦੇ ਮਨਾਂ ਵਿੱਚ ਬੜਾ ਚਾਅ, ਜਿੱਥੇ ਚਾਅ ਉੱਥੇ ਬੈਰਾਗ ਵੀ ਹੈ। ਹਾਂਜੀ, ਚੌ ਦਿਸ਼ ਮਗ ਆਵਹਿ ਸਮੁਦਾਏ। ਲਓ ਜੀ, ਕੁਝ ਸਮੇਂ ਵਿੱਚ ਚਾਰੇ ਪਾਸਿਓਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ। ਗੋਇੰਦਵਾਲ ਸਾਹਿਬ ਦੇ ਚਾਰੇ ਪਾਸਿਓਂ ਨਾ ਜੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ। ਹਾਂਜੀ, ਪੁਰ ਪ੍ਰਵੇਸ਼ੈ ਗੁਰ ਦਰਸ਼ਨ ਪਾਏ। ਸੰਗਤਾਂ ਆਉਂਦੀਆਂ ਨੇ ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੀਆਂ ਨੇ। ਮਹਾਰਾਜ ਆਪਣੇ ਆਸਣ ਤੇ ਬੈਠੇ ਐ, ਸੰਗਤਾਂ ਦਰਸ਼ਨ ਕਰਦੀਆਂ ਨੇ। ਹਾਂਜੀ, ਸ਼੍ਰੀ ਅੰਗਦ ਕੋ ਨੰਦਨ ਦਾਤੂ। ਉਸ ਸਮੇਂ ਸੰਗਤਾਂ ਦੇ ਨਾਲ ਨਾਲ ਖਡੂਰ ਸਾਹਿਬ ਰਹਿਣ ਵਾਲੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਬਾਬੇ ਦਾਤੂ ਨੂੰ ਵੀ ਪਤਾ ਲੱਗਾ ਜੀ। ਹਾਂਜੀ, ਪੂਰਬ ਆਏ ਪ੍ਰਹਾਰੀ ਲਾਤੂ। ਜਿਹਨੇ ਪਹਿਲਾਂ ਆ ਕੇ ਧੰਨ ਗੁਰੂ ਅਮਰਦਾਸ ਜੀ ਦੇ ਲੱਤ ਮਾਰੀ ਸੀਗੀ ਜੀ। ਕਥਾ ਤੁਸੀਂ ਸੁਣੀ ਹੈ ਜੀ। ਉਹ ਸਾਰੀ ਚੁੱਕਣਾ ਵਿੱਚ ਆਏ, ਮਹਾਰਾਜ ਗਰੀਬ ਨਵਾਜ ਜੀ ਦੀ ਲੱਤ ਨਾਲ ਬੇਅਦਬੀ ਕੀਤੀ ਸੀਗੀ ਜੀ। ਹਾਂਜੀ, ਤਬ ਕੋ ਸੰਕਟ ਚਰਨ ਮਝਾਰਾ। ਭਾਈ ਜੀ ਲਿਖਦੇ ਆ, ਕਹਿੰਦੇ ਉਸ ਸਮੇਂ ਤੋਂ ਭਾਈ ਦਾਤੂ ਦੇ ਉਸ ਚਰਨ ਭਾਵ ਉਸ ਪੈਰ ਵਿੱਚ ਲੱਤ ਵਿੱਚ ਦਰਦ ਹੁੰਦੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਮਹਾਰਾਜ ਨੇ ਜਿਸ ਨਾਲ ਮਹਾਰਾਜ ਦੀ ਬੇਅਦਬੀ ਕੀਤੀ ਸੀ ਨਾ ਜੀ, ਉਹ ਦਰਦ ਹੋਣ ਲੱਗ ਪਈ ਜੀ ਉਦੋਂ ਤੋਂ ਹੀ ਜੀ। ਹਾਂਜੀ, ਹੋਤ ਅਸਥ ਮਹਿ ਪੀਰ ਉਦਾਰਾ। ਹੱਡੀ ਵਿੱਚ ਪੀੜ ਹੋਣੀ ਸ਼ੁਰੂ ਹੋ ਗਈ ਜੀ। ਤੇ ਤੁਹਾਨੂੰ ਪਤਾ, ਜਦੋਂ ਹੱਡੀ 'ਚ ਪੀੜ ਹੋਣ ਲੱਗ ਪਏ ਨਾ ਜੀ, ਫਿਰ ਬੰਦੇ ਦਾ ਬੜਾ ਬੁਰਾ ਹਾਲ ਹੁੰਦਾ ਜੀ। ਬਾਬਾ ਦਾਤੂ ਜੀ ਦੀ ਹੱਡੀ ਵਿੱਚ ਪੀੜ ਹੋਣੀ ਸ਼ੁਰੂ ਹੋ ਗਈ ਜੀ। ਹਾਂਜੀ, ਲੱਜਤ ਨਿਕਟ ਨਹੀਂ ਚੱਲ ਆਇਵ। ਪਰ ਉਦੋਂ ਬੜੇ ਹੰਕਾਰ 'ਚ ਗਏ ਸਨ ਤੇ ਸ਼ਰਮਿੰਦਾ ਹੋਏ ਬਾਬਾ ਦਾਤੂ ਜੀ ਗੁਰੂ ਅਮਰਦਾਸ ਜੀ ਦੇ ਕੋਲ ਮੁੜ ਵਾਪਸ ਨਹੀਂ ਸੀ ਆਏ ਵੀ ਮੈਂ ਕਿਹੜਾ ਮੁੱਖ ਲੈ ਕੇ ਜਾਵਾਂ ਜੀ। ਜਦੋਂ ਮਹਾਰਾਜ ਅਜੇ ਗੁਰਤਾ ਗੱਦੀ ਤੇ ਬੈਠੇ, ਉਦੋਂ ਹੀ ਬਾਬੇ ਦਾਤੂ ਨੇ ਲੱਤ ਮਾਰ ਦਿੱਤੀ ਤੇ ਪਿਆਰਿਓ ਕਈ ਸਾਲ ਉਹ ਦਰਦ ਮਹਿਸੂਸ ਕਰਦੇ ਰਹੇ ਜੀ, ਪਰ ਸ਼ਰਮ ਦੇ ਮਾਰੇ ਆਉਂਦੇ ਨਹੀਂ ਸੀਗੇ ਜੀ। ਹਾਂਜੀ, ਬੇਨਤੀ ਕਰਕੇ ਨਹਿ ਬਖਸ਼ਾਇਵ। ਬੇਨਤੀ ਨਹੀਂ ਕੀਤੀ ਤੇ ਆਪਣੇ ਔਗੁਣ ਆਪਣੀ ਭੁੱਲ ਨੂੰ ਬਖਸ਼ਾਇਆ ਨਹੀਂ ਜੀ ਬਾਬਾ ਦਾਤੂ ਜੀ ਨੇ। ਹਾਂਜੀ, ਸੋ ਸੁਣ ਕੇ ਸ਼੍ਰੀ ਅਮਰ ਪਿਆਨਾ। ਗੱਜ ਕੇ ਆਖੋ। ਕਿਸੇ ਨੇ ਬਾਬਾ ਦਾਤੂ ਜੀ ਨੂੰ ਦੱਸਿਆ, ਬਾਬਾ ਦਾਤੂ ਜੀ ਦੀ ਉਮਰ ਵੀ ਸਿਆਣੀ ਹੋ ਚੁੱਕੀ ਸੀਗੀ ਜੀ। ਹਾਂਜੀ, ਕਿਸੇ ਨੇ ਬਾਬਾ ਦਾਤੂ ਜੀ ਨੂੰ ਦੱਸਿਆ, ਬਾਬਾ ਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰ ਤਿਆਗ ਰਹੇ ਆ। ਤੇ ਸੋ ਜਦੋਂ ਬਾਬਾ ਜੀ ਨੇ ਇਹ ਗੱਲ ਸੁਣੀ ਨਾ ਜੀ ਗੁਰੂ ਸਾਹਿਬ ਦੇ ਸਰੀਰ ਤਿਆਗਣ ਦੀ, ਹਾਂਜੀ, ਹਿਰਦੇ ਵਿਖੇ ਇਮ ਚਿਤਵਨ ਠਾਨਾ। ਉਹ ਆਪਣੇ ਘਰ 'ਚ ਬੈਠੇ ਸੋਚਣ ਲੱਗ ਪਏ ਜੀ ਦਾਤੂ ਜੀ। ਹਾਂਜੀ, ਨਿਸ ਬਾਸੁਰ ਦੁਖ ਲਹੋ ਕਨੇਰਾ। ਦਿਨ ਰਾਤ ਮੈਂ ਦੁਖੀ ਕਿਉਂ, ਹੱਡੀ 'ਚ ਪੀੜ ਹੋ ਰਹੀ ਹੈ ਜੀ। ਹੱਡੀ 'ਚ ਪੀੜ ਹੋ ਰਹੀ। ਇੱਕ ਗੱਲ ਚੇਤਾ ਰੱਖਿਓ, ਗੁਰੂ ਦੀ ਬੇਅਦਬੀ ਕੀਤੀ ਸੀਗੀ, ਸੰਤਾਪ ਤੇ ਲੱਗਣਾ ਹੀ ਸੀਗਾ ਜੀ। ਬਾਬਾ ਦਾਤੂ ਜੀ ਸੋਚਦੇ ਵੀ ਦਿਨ ਰਾਤ ਮੈਂ ਤੰਗ ਹੈਗਾ, ਦਿਨ ਰਾਤ। ਹਾਂਜੀ, ਬਖਸ਼ਾਵੋ ਤਿਨ ਤੇ ਇਸ ਬੇਰਾ। ਤੇ ਹੁਣ ਸਮਾਂ, ਹੁਣ ਮਹਾਰਾਜ ਸਰੀਰ ਤਿਆਗਣ ਲੱਗੇ ਆ। ਜੇ ਹੁਣ ਨਾ ਬਖਸ਼ਾਇਆ ਗਿਆ ਤੇ ਕਦੀ ਵੀ ਨਹੀਂ ਬਖਸ਼ਾਇਆ ਜਾਣਾ ਜੀ। ਇਸ ਕਰਕੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆਪਣੀ ਭੁੱਲ ਬਖਸ਼ਾ ਲਵਾਂ। ਚੰਗੀ ਸੋਚ ਹੋਵੇ ਬੰਦੇ ਦੇ ਅੰਦਰ ਇਹ ਫੁਰਨਾ ਪੈਦਾ ਹੁੰਦਾ, ਨਹੀਂ ਤੇ ਸਾਧ ਸੰਗਤ ਜੀ ਭੁੱਲਾਂ ਦੇ ਨਾਲ ਹੀ ਬੰਦਾ ਆਪਣਾ ਵੀ ਸਰੀਰ ਤਿਆਗ ਦਿੰਦਾ ਜੀ। ਹਾਂਜੀ, ਆਪਨ ਕੋ ਮਤ ਤੇ ਮੈਂ ਨਹਿ ਜਾਊਂ। ਇਹ ਵੀ ਸੋਚਦੇ ਆ ਕਿ ਮੈਂ ਆਪਣੀ ਮਾੜੀ ਬੁੱਧੀ ਕਰਕੇ ਨਹੀਂ ਉਹਨਾਂ ਦੇ ਕੋਲ ਜਾਂਦਾ ਸਾਂ। ਹਉਮੈ ਵੀ ਸੀਗੀ, ਇੱਕ ਇਹ ਸੀ ਵੀ ਹੁਣ ਮੈਂ ਕਿਹੜਾ ਮੁੱਖ ਲੈ ਕੇ ਜਾਵਾਂ। ਹਾਂਜੀ, ਸੋ ਤੋ ਮਹਾ ਕਿਰਪਾਲ ਸੁਭਾਉ। ਗੱਜ ਕੇ ਆਖੋ। ਪਰ ਬਾਬਾ ਦਾਤੂ ਜੀ ਨੇ ਉਦੋਂ ਦਾ ਹੀ ਵੇਖਿਆ ਸੀਗਾ ਜੀ, ਜਦੋਂ ਸਾਧ ਸੰਗਤ ਬਾਬਾ ਦਾਤੂ ਜੀ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਨਾ ਲੱਤ ਨਾਲ, ਮਹਾਰਾਜ ਧਰਤੀ ਤੇ ਜਾ ਡਿੱਗੇ ਸਨ। ਗੁਰੂ ਅਮਰਦਾਸ ਸਾਹਿਬ ਉੱਠੇ, ਬਾਬਾ ਦਾਤੂ ਦਾ ਚਰਨ ਘੁੱਟਣ ਲੱਗ ਪਏ, ਕਹਿਣ ਲੱਗੇ ਮੇਰੇ ਕੋਲੋਂ ਭੁੱਲ ਹੋਈ ਹੈ, ਤੁਸੀਂ ਗੁਰੂ ਦੇ ਪੁੱਤਰ ਹੋ, ਜਦੋਂ ਤੁਸੀਂ ਆਏ
ਮੈਨੂੰ ਉੱਠ ਕੇ ਝੁਕਣਾ ਚਾਹੀਦਾ ਸੀਗਾ। ਨਾਲੇ ਨਾ ਚਰਨ ਘੁੱਟਦੇ ਘੁੱਟਦੇ ਕਹਿਣ ਲੱਗੇ ਸਤਿਕਾਰ ਨਾਲ, ਕਹਿੰਦੇ ਵੇਖੋ ਮੇਰਾ ਤੇ ਸਰੀਰ ਨਾ ਬਜ਼ੁਰਗ ਹੈ, ਹੱਡੀਆਂ ਪੱਕ ਗਈਆਂ, ਤੁਹਾਡਾ ਸਰੀਰ ਪੈਰ ਕੋਮਲ ਹੈ, ਕਿਤੇ ਸੱਟ ਤੇ ਨਹੀਂ ਲੱਗੀ। ਤੇ ਬਾਬੇ ਦਾਤੂ ਦੇ ਮਨ ਤੇ ਅਸਰ ਤੇ ਹੋ ਗਿਆ ਸੀ, ਪਰ ਚੁੱਕਣਾ ਵਿੱਚ ਸਨ। ਬਾਬਾ ਦਾਤੂ ਹੁਣ ਸੋਚਦੇ ਆ ਮਹਾਰਾਜ ਬੜੇ ਕਿਰਪਾਲੂ ਹੈ, ਮੈਂ ਹੀ ਆਪਣੀ ਮਾੜੀ ਬੁੱਧੀ ਕਰਕੇ ਨਹੀਂ ਗਿਆ, ਗੁਰੂ ਸਾਹਿਬ ਤੇ ਦਿਆਲੂ ਕਿਰਪਾਲੂ ਨੇ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਜਿਹੜਾ ਅੰਦਰ ਬੈਠਾ ਹੈ ਨਾ ਪਰਮੇਸ਼ਰ, ਸਾਰਿਆਂ ਦੇ ਅੰਦਰ ਬੈਠਾ ਹੈ, ਉਹ ਚੰਗੀ ਸਲਾਹ ਬੰਦੇ ਨੂੰ ਦਿੰਦਾ ਹੈ, ਮਾੜਾ ਕੰਮ ਕਰਨ ਤੋਂ ਰੋਕਦਾ ਹੈ, ਚੰਗਾ ਕੰਮ ਕਰਨ ਲਈ ਪ੍ਰੇਰਣਾ ਦਿੰਦਾ ਹੈ। ਪਰ ਇਹ ਗੱਲ ਵੱਖਰੀ ਹੈ, ਕਈ ਉਹਦੀ ਆਵਾਜ਼ ਸੁਣਦੇ, ਕਈ ਨਹੀਂ ਸੁਣਦੇ ਜੀ। ਹਾਂਜੀ। ਦੇਖਤ ਦਇਆ ਕਰੈ ਦੁਖ ਹਿਰਹੀ। ਤੇ ਦਾਤੂ ਜੀ ਸੋਚਣ ਦੇ ਵੀ ਜਦੋਂ ਮਹਾਰਾਜ ਮੈਨੂੰ ਵੇਖਣਗੇ, ਮੇਰੇ ਤੇ ਦਇਆ ਕਰਨਗੇ, ਮੇਰਾ ਦੁੱਖ ਦੂਰ ਕਰਨਗੇ। ਹਾਂਜੀ। ਜਿਮ ਜਾਚੈ ਤਿਮ ਦੈਬੋ ਕਰਹੀ। ਜਿਉਂ ਮੈਂ ਮੰਗਾਂਗਾ ਉਹ ਮੈਨੂੰ ਦੇਣਗੇ ਵੀ। ਸਮੇਂ ਸਮੇਂ ਦੀ ਗੱਲ ਹੁੰਦੀ ਹੈ। ਇਹੋ ਬਾਬਾ ਦਾਤੂ ਗੁਰੂ ਅਮਰਦਾਸ ਜੀ ਨੂੰ ਬਹੁਤ ਕੁਝ ਬੋਲਦੇ ਸਨ ਜੀ। ਹੁਣ ਚੰਗੀ ਮੱਤ ਆ ਗਈ ਹੈ ਜੀ। ਬਿਨ ਬਖਸ਼ਾਵਨ ਕਸ਼ਟ ਕਨੇਰਾ, ਅਰ ਬਿਗਰਹਿ ਪਰਲੋਕ ਸੁਮੇਰਾ। ਤੇ ਲੋ ਜੀ ਦਾਤੂ ਜੀ ਇੱਥੋਂ ਤੱਕ ਆਪਣੇ ਮਨ 'ਚ ਸੋਚਣ ਦੇ ਆ, ਜੇ ਮੈਂ ਹੁਣ ਆਪਣੀ ਭੁੱਲ ਨਾ ਬਖਸ਼ਾਈ ਤੇ ਇੱਥੇ ਤਾਂ ਦੁੱਖ ਪਾਉਣਾ ਹੀ ਹੈ ਲੱਤ ਦਾ, ਪਰਲੋਕ ਵਿੱਚ ਵੀ ਢੋਈ ਨਹੀਂ ਮਿਲਣੀ ਜੀ। ਭਾਵੇਂ ਮੈਂ ਗੁਰੂ ਅੰਗਦ ਦੇਵ ਜੀ ਦਾ ਪੁੱਤਰ ਹਾਂ, ਪਰ ਮੇਰਾ ਪਰਲੋਕ ਵੀ ਵਿਗੜ ਜਾਣਾ। ਆਜ ਸਮਾਂ ਫਿਰ ਹੱਥ ਨਾ ਆਵੇ। ਅੱਜ ਵਾਲਾ ਸਮਾਂ ਮੁੜ ਹੱਥ ਨਹੀਂ ਆਉਣਾ। ਕਿਉਂ? ਜਦੋਂ ਸਰੀਰ ਹੀ ਤਿਆਗ ਦੇਣਾ ਜੀ, ਫਿਰ ਕਿਵੇਂ ਮੁੜ ਉਹ ਸਮਾਂ ਹੱਥ ਆਏਗਾ ਜੀ। ਹਾਂਜੀ। ਤਿੰਨ ਕੇ ਜੇਤ ਮਿਲਨ ਬਨ ਆਵੇ। ਇਸ ਕਰਕੇ ਉਹਨਾਂ ਦੇ ਜਿਉਂਦਿਆਂ ਜੀ ਮੈਨੂੰ ਮਿਲਣਾ ਚਾਹੀਦਾ। ਬੜੇ ਚਿਰ ਦੇ ਕਿਸੇ ਨੂੰ ਦੱਸਿਆ ਨਹੀਂ, ਲੁੱਕ ਕੇ ਬੈਠੇ ਸੀਗੇ ਜੀ ਬਾਬਾ ਦਾਤੂ ਜੀ। ਹਾਂਜੀ। ਏਮ ਵਿਚਾਰ ਕਰ ਤੂਰਨ ਚਾਲਾ। ਬਸ ਇਹ ਵਿਚਾਰ ਕਰਕੇ ਜਿੱਥੇ ਹੋਰ ਸਿੱਖ ਸੰਗਤਾਂ ਨੇ ਨਾ, ਉਥੇ ਸਾਧ ਸੰਗਤ ਜੀ ਬਾਬਾ ਜੀ ਵੀ ਨਾਲ ਤੁਰ ਪਏ ਜੀ ਖਡੂਰ ਸਾਹਿਬ ਤੋਂ। ਹਾਂਜੀ। ਪਹੁੰਚਿਓ ਪੁਰ ਮਹਿ ਪ੍ਰੇਮ ਵਿਸਾਲਾ। ਗੱਜ ਕੇ ਆਖੋ ਵਾਹਿਗੁਰੂ। ਤੇ ਬੜੇ ਪਿਆਰ ਨਾਲ ਗੋਇੰਦਵਾਲ ਸਾਹਿਬ ਦੇ ਵਿੱਚ ਬਾਬਾ ਜੀ ਪਹੁੰਚੇ। ਤੇ ਥੋੜਾ ਜਿਹਾ ਤੁਰਨ ਲੱਗਿਆਂ ਦੱਬਦੇ ਆ ਜੀ, ਦਰਦ ਹੁੰਦੀ ਹੈ ਨਾ ਜੀ। ਹਾਂਜੀ। ਓਚਕ ਜਾਏ ਚਰਨ ਸਿਰ ਧਰਿਓ। ਤੇ ਮਹਾਰਾਜ ਸੰਗਤ ਵਿੱਚ ਬੈਠੇ, ਕਿਸੇ ਨੂੰ ਨਹੀਂ ਦੱਸਿਆ ਵੀ ਮੈਂ ਆ ਰਿਹਾ ਜੀ। ਬਸ ਬਾਬਾ ਜੀ ਅਚਾਨਕ ਗਏ ਤੇ ਜਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਸਿਰ ਹੀ ਰੱਖ ਦਿੱਤਾ ਜੀ। ਸਿਰ ਹੀ ਰੱਖ ਦਿੱਤਾ ਜੀ। ਹਾਂਜੀ। ਤਰਾਹੇ ਤਰਾਹੇ ਹੋਏ ਦੀਨ ਉਚਰਿਓ। ਤੇ ਨਾਲ ਪਤਾ ਕੀ ਕਹਿਣ ਲੱਗੇ? ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ, ਸੱਚੇ ਪਾਤਸ਼ਾਹ। ਹਾਂਜੀ। ਸ਼੍ਰੀ ਸਤਿਗੁਰ ਜਬ ਦੇਖਨ ਕਰਿਓ। ਰੋਕੋ ਰੋਕੋ, ਗੱਜ ਕੇ ਆਖੋ। ਜਦੋਂ ਗੁਰੂ ਸਾਹਿਬ ਜੀ ਨੇ ਦੇਖਿਆ ਵੀ ਕੌਣ ਇੱਕਦਮ ਆ ਗਿਆ ਸਾਡੇ ਕੋਲ, ਤੇ ਆ ਕੇ ਇਸ ਤਰ੍ਹਾਂ ਦੇ ਬਚਨ ਕਰ ਰਿਹਾ। ਹਾਂਜੀ। ਭਇਓ ਦੀਨ ਕਰ ਪ੍ਰੇਮ ਸੁਤ ਭਰਿਓ। ਤੇ ਸਾਧ ਸੰਗਤ ਜੀ ਮਹਾਰਾਜ ਤੇ ਵੈਸੇ ਹੀ ਬੜੇ ਕਿਰਪਾਲੂ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਤੇ ਵੈਸੇ ਹੀ ਬੜੇ ਦਿਆਲੂ ਕਿਰਪਾਲੂ ਹੈ ਜੀ। ਹਾਂਜੀ। ਜਦੋਂ ਮਹਾਰਾਜ ਨੇ ਵੇਖਿਆ ਕੋਈ ਸਿਆਣਾ ਸਰੀਰ ਹੈ ਇਸ ਤਰ੍ਹਾਂ ਅੱਗੇ ਆ ਕੇ ਪਿਆ, ਮਾਫੀਆਂ ਮੰਗ ਰਿਹਾ, ਤੇ ਮਹਾਰਾਜ ਕਿਰਪਾ ਦੇ ਘਰ ਚ ਆਏ ਜੀ। ਹਾਂਜੀ। ਸਨਮਾਨਤ ਕਰ ਸਮੁਖ ਬਿਠਾਇਓ। ਤੇ ਮਹਾਰਾਜ ਨੇ ਨਾ ਵੇਖਿਆ ਧਿਆਨ ਨਾਲ, ਤੇ ਕੋਈ ਹੋਰ ਨਹੀਂ, ਇਹ ਤੇ ਜਿਨ੍ਹਾਂ ਦੇ ਚਰਨਾਂ 'ਚ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ ਸੀ ਉਹਨਾਂ ਦੇ ਪੁੱਤਰ ਨੇ। ਬੜਾ ਸਨਮਾਨ ਕੀਤਾ, ਫਰਕ ਨਹੀਂ ਪਿਆ ਜੀ। ਵੇਖੋ ਇੱਜ਼ਤ ਕੀਤੀ ਪੂਰੀ ਜੀ, ਤੇ ਸਾਹਮਣੇ ਬਿਠਾਇਆ ਆਪਣੇ ਜੀ। ਹਾਂਜੀ। ਨਮਸਕਾਰ ਕਰ ਮ੍ਰਿਦਲ ਅਲਾਇਓ। ਤੇ ਵੇਖੋ ਕਮਾਲ ਦੀ ਗੱਲ ਜੀ, ਗੁਰੂ ਅਮਰਦਾਸ ਸਾਹਿਬ ਗੁਰੂ ਨੇ, ਪਰ ਬਾਬੇ ਮੋਹਰੀ ਨੂੰ ਨਾ ਨਮਸਕਾਰ ਕਰਕੇ ਤੇ ਇਸ ਤਰ੍ਹਾਂ, ਵਾਹਿਗੁਰੂ ਬਾਬੇ ਦਾਤੂ ਨੂੰ ਨਮਸਕਾਰ ਕਰਕੇ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ।
ਮੋਹ ਪਰ ਕਿਰਪਾ ਕਰੀ ਤੁਮ ਆਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਬੜੀ ਕਿਰਪਾ ਕੀਤੀ ਹੈ, ਚੱਲ ਕੇ ਆਏ ਆ। ਵੇਖੋ ਉਹ ਵੇਦ ਵੀ ਕਰਨ ਦੇ ਸੀਗੇ, ਪਰ ਗੁਰੂ ਸਾਹਿਬ ਕਹਿੰਦੇ ਬੜੀ ਕਿਰਪਾ ਕੀਤੀ, ਤੁਸੀਂ ਆਏ ਚੱਲ ਕੇ। ਮਤਲਬ ਕਿੰਨੀ ਨਿਮਰਤਾ। ਹਾਂਜੀ, ਧੰਨ ਭਏ ਹਮ ਦਰਸ਼ਨ ਪਾਏ। ਵੇਖ ਲਓ, ਤੁਸੀਂ ਸੁਣ ਹੀ ਲਿਆ ਜੀ। ਮਹਾਰਾਜ ਕਹਿੰਦੇ ਅਸੀਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਏ। ਕੌਣ ਕਾਜ ਮੈਂ ਕਰੂੰ ਤੁਮਾਰਾ। ਹੱਥ ਜੋੜ ਕੇ ਕਹਿੰਦੇ ਜੀ ਮੈਂ ਕਿਹੜੀ ਤੁਹਾਡੀ ਸੇਵਾ ਕਰ ਸਕਦਾ ਹਾਂ, ਜਿਸ ਤੇ ਸਫਲ ਹੈ ਜਨਮ ਹਮਾਰਾ। ਵੇਖੋ ਧੰਨ ਹੀ ਨਿਮਰਤਾ ਸੱਚੇ ਪਾਤਸ਼ਾਹ ਜੀ ਦੀ ਜੀ। ਕਹਿੰਦੇ ਸੇਵਾ ਦੱਸੋ, ਤੁਹਾਡੀ ਸੇਵਾ ਕਰਕੇ ਮੇਰਾ ਜਨਮ ਸਫਲਾ ਹੋਵੇ ਜੀ। ਉਹ ਭਾਈ ਗੁਰੂ ਅਮਰਦਾਸ ਜੀ ਦੇ ਤੇ ਦਰਸ਼ਨ ਕਰਕੇ ਕਿ ਨਾਮ ਲੈ ਕੇ ਬੰਦੇ ਦਾ ਜਨਮ ਸਫਲਾ ਹੋ ਜਾਂਦਾ ਜੀ। ਗੱਜ ਕੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਥ ਜੋਰ ਦਾਤੂ ਬਚ ਭਾਖੇ। ਜਦੋਂ ਇੰਨੀ ਨਿਮਰਤਾ ਵਾਲੇ ਬੋਲ ਗੁਰੂ ਅਮਰਦਾਸ ਜੀ ਨੇ ਉਚਾਰੇ, ਬਾਬਾ ਦਾਤੂ ਨੇ ਹੱਥ ਜੋੜਦੇ ਜੀ। ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਰੋ ਕਾਜ ਮਮ ਜਸ ਅਪਲਾਖੇ। ਮਹਾਰਾਜ ਗਰੀਬ ਨਵਾਜ, ਜਿਵੇਂ ਮੈਂ ਕਵਾਂਗਾ ਉਵੇਂ ਕਰੋਗੇ ਮਹਾਰਾਜ। ਹਾਂਜੀ, ਅਪਰਾਧੀ ਮੈਂ ਪ੍ਰਭੂ ਤੁਮਾਰਾ। ਮਹਾਰਾਜ ਕਹਿੰਦੇ ਹੁਕਮ ਕਰੋ। ਤੇ ਬਾਬਾ ਦਾਤੂ ਦੇ ਨੇਤਰ ਭਰ ਆਏ, ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਂ ਤੁਹਾਡਾ ਅਪਰਾਧੀ ਹਾਂ। ਮਹਾਰਾਜ ਮੇਰੇ ਕੋ ਭੁੱਲ ਹੋਈ ਸੀਗੀ। ਹਾਂਜੀ, ਹੋਏ ਢੀਠ ਜਬ ਚਰਨ ਪ੍ਰਹਾਰਾ। ਮੂਰਖਤਾ ਕੀਤੀ, ਢੀਠਤਾ ਹੀ ਕੀਤੀ। ਤੇ ਮੈਂ ਪਹਿਲੇ ਸਮੇਂ ਆ ਕੇ ਭਰੀ ਸਭਾ ਵਿੱਚ ਮਹਾਰਾਜ ਤੁਹਾਡੇ ਲੱਤ ਮਾਰੀ ਸੀਗੀ। ਹਾਂਜੀ, ਮਤਸਰ ਅਗਨ ਦਹੀ ਮਮ ਛਾਤੀ। ਅਸਲ ਵਿੱਚ ਮਹਾਰਾਜ ਉਦੋਂ ਮੇਰਾ ਮਨ ਜਿਹੜਾ ਨਾ ਉਹ ਈਰਖਾ ਦੇ ਨਾਲ ਸੜ ਰਿਹਾ ਸੀਗਾ ਜੀ। ਇੱਕ ਸਮਾਂ ਹੁੰਦਾ ਜੀ ਬੰਦੇ ਦੇ ਜ਼ਿੰਦਗੀ 'ਚ ਆਉਂਦਾ ਜਦੋਂ ਉਹਦੇ ਮਨ 'ਚ ਬੜੀ ਈਰਖਾ ਪੈਦਾ ਹੁੰਦੀ ਜੀ ਕਿਸੇ ਨਾਲ ਜੀ। ਮਹਾਰਾਜ ਉਸ ਸਮੇਂ ਮੇਰਾ ਮਨ ਈਰਖਾ 'ਚ ਭਰਿਆ ਹੋਇਆ ਸੀਗਾ। ਹਾਂਜੀ, ਦੁਤਿਆ ਮਿਲਿਓ ਕੁਸੰਗ ਉਤਪਾਤੀ। ਉਤੋਂ ਮੈਨੂੰ ਮਾੜੀ ਸੰਗਤ ਮਿਲ ਗਈ ਜੀ। ਇੱਕ ਤੇ ਵੈਸੇ ਬੰਦੇ ਵਿੱਚ ਈਰਖਾ ਹੋਵੇ, ਉਤੋਂ ਭੜਕਾਉਣ ਵਾਲੇ ਮਿਲ ਜਾਣ ਜੀ, ਤੋਂ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਹੋ ਜਾਂਦਾ ਜੀ। ਹਾਂਜੀ, ਤਿੰਨ ਕਰ ਮਤ ਬਾਵਰ ਮਮ ਸੋਈ। ਕੱਢ ਕੇ ਆਖੋ ਵਾਹਿਗੁਰੂ। ਇਸ ਕਰਕੇ ਮਹਾਰਾਜ ਉਹਨਾਂ ਦੇ ਮਗਰ ਲੱਗ ਕੇ ਮੇਰੀ ਮੱਤ ਬੌਰੀ ਹੋ ਗਈ ਸੀਗੀ, ਮੈਂ ਕਮਲਾ ਹੋ ਗਿਆ। ਹਾਂਜੀ, ਬਖਸ਼ਾਵਨ ਚਾਹਤ ਅਬ ਸੋਈ। ਹੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਉਦੋਂ ਦੀ ਹੋਈ ਭੁੱਲ ਨੂੰ ਮਹਾਰਾਜ ਹੁਣ ਬਖਸ਼ ਦਿਓ, ਮੈਂ ਬਖਸ਼ਾਉਣਾ ਚਾਹੁੰਦਾ। ਹਾਂਜੀ, ਲੱਜਤ ਰਹਿਓ ਨਾ ਤੁਮ ਢਿਗ ਆਇਵ। ਮਹਾਰਾਜ ਮੇਰਾ ਆਉਣ ਦਾ ਤੇ ਪਹਿਲਾਂ ਦਾ ਫੁਰਨਾ ਸੀਗਾ, ਪਰ ਮੈਨੂੰ ਲੱਜਾ ਆਉਂਦੀ ਸੀਗੀ ਵੀ ਪਹਿਲਾਂ ਮੈਂ ਬੇਅਦਬੀ ਕੀਤੀ, ਹੁਣ ਮੈਂ ਕਿਹੜਾ ਮੁੱਖ ਲੈ ਕੇ ਜਾਵਾਂ। ਇਸ ਕਰਕੇ ਨਹੀਂ ਸੀ ਆ ਸਕਿਆ। ਹਾਂਜੀ, ਕਰੀ ਅਵਗਿਆ ਦੁੱਖ ਫਲ ਪਾਇਵ। ਪਰ ਮਹਾਰਾਜ ਮੈਂ ਦੁੱਖ ਬੜਾ ਪਾਇਆ। ਸੰਗਤ ਦੀ ਫਿਰ ਬੇਨਤੀ, ਜਦੋਂ ਹੱਡੀ 'ਚ ਸ਼ੁਰੂ ਹੋ ਜਾਏ ਨਾ ਫਿਰ ਨਹੀਂ ਬੰਦੇ ਦੀ ਆਵਾਜ਼ ਆਉਂਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅਰਦਾਸ ਕਰਿਆ ਕਰੋ ਮਹਾਰਾਜ ਸਾਨੂੰ ਇਹਨਾਂ ਦੁੱਖਾਂ ਤੋਂ ਬਚਾ ਕੇ ਰੱਖਿਓ। ਹਾਂਜੀ, ਕਿਰਪਾ ਨਿਧਾਨ ਛਿਮਾ ਤੁਮ ਧਾਰੋ। ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਹੈ, ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓ। ਵੇਖ ਲਓ ਮਹਾਰਾਜ ਨੇ ਕੁਝ ਨਹੀਂ ਸੀ ਕਿਹਾ, ਸਾਰੀ ਸੰਗਤ 'ਚ ਆ ਕੇ ਬੇਅਦਬੀ ਕੀਤੀ। ਅੱਜ ਸਾਰੀਆਂ ਸੰਗਤਾਂ ਦੇ ਸਾਹਮਣੇ ਹੀ ਬਾਬਾ ਦਾਤੂ ਜੀ ਗੁਰੂ ਸਾਹਿਬ ਕੋਲੋਂ ਮੁਆਫੀ ਵੀ ਮੰਗ ਰਹੇ ਹੈ ਜੀ। ਹਾਂਜੀ, ਔਰ ਗੰਭੀਰ ਧੀਰ ਹਿਤ ਸਾਰੋ। ਮਹਾਰਾਜ ਤੁਸੀਂ ਤੇ ਗੰਭੀਰ ਹੋ, ਧੀਰਜਵਾਨ ਹੋ, ਭਲਾ ਕਰਨ ਵਾਲੇ ਹੋ। ਹਾਂਜੀ, ਸੁਨ ਸ਼੍ਰੀ ਅਮਰਦਾਸ ਤਬ ਬੋਲੇ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਜਦੋਂ ਬਾਬੇ ਦਾਤੂ ਨੇ ਬਹੁਤੀ ਨਿਮਰਤਾ ਵਾਲੇ ਬਚਨ ਕੀਤੇ ਨਾ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹੈ। ਹਾਂਜੀ, ਤੁਮ ਸਤਿਗੁਰ ਕੇ ਪੁੱਤਰ ਅਡੋਲੇ। ਮਹਾਰਾਜ ਕਹਿੰਦੇ ਨਾ ਨਾ ਭਾਈ, ਤੁਸੀਂ ਤੇ ਸਾਡੇ ਗੁਰੂ ਦੇ ਪੁੱਤਰ ਹੋ। ਕਹਿਣ ਲੱਗੇ ਸਾਡੇ ਸਤਿਗੁਰੂ ਦੇ ਪੁੱਤਰ ਹੋ। ਹਾਂਜੀ, ਮਨ ਤਨ ਕਰ ਮੈਂ ਦਾਸ ਤੁਮਾਰਾ। ਵਾਹਿਗੁਰੂ, ਕਿੰਨੀ ਨਿਮਰਤਾ ਹੋਏਗੀ ਮਹਾਰਾਜ ਵਿੱਚ।
ਮਹਾਰਾਜ ਕਹਿੰਦੇ ਮੈਂ ਮਨੋਂ ਵੀ ਤੁਹਾਡਾ ਸੇਵਕ ਹਾਂ ਤੇ ਤਨੋਂ ਵੀ ਤੁਹਾਡਾ ਸੇਵਕ ਹਾਂ। ਆਪ ਸਮਰੱਥ ਹੋ ਕੇ, ਮਾਲਕ ਹੋ ਕੇ ਇੰਨੀ ਨਿਮਰਤਾ ਰੱਖੀ ਮਹਾਰਾਜ ਨੇ। ਹਾਂਜੀ। ਅਬ ਪ੍ਰਲੋਕ ਹੋਵਤ ਮਮ ਤਿਆਰਾ। ਪਰ ਮਹਾਰਾਜ ਕਹਿਣ ਲੱਗੇ ਹੁਣ ਤੇ ਪ੍ਰਲੋਕ ਦੀ ਤਿਆਰੀ ਹੋ ਗਈ, ਬਖਸ਼ਣ ਵਾਲਾ ਕੋਈ ਹੋਰ ਹੈ, ਬਖਸ਼ਣ ਵਾਲਾ ਕੋਈ ਹੋਰ ਹੈ। ਬਖਸ਼ਣਾ ਸੀ ਗੁਰੂ ਨਾਨਕ ਨੇ ਤੇ ਪਿਆਰਿਓ ਉਹ ਗੱਦੀ ਤੇ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ ਜੀ। ਹਾਂਜੀ। ਰਾਮਦਾਸ ਅਬ ਸਤਿਗੁਰ ਭਇਓ। ਵੇਖ ਲੋ ਕਿੰਨੀ ਨਿਮਰਤਾ। ਕਹਿੰਦੇ ਮੇਰੇ ਕੋਲ ਕੋਈ ਅਧਿਕਾਰ ਨਹੀਂ ਹੈਗਾ ਹੁਣ ਸਾਰੇ ਅਧਿਕਾਰ ਗੁਰੂ ਰਾਮਦਾਸ ਜੀ ਦੇ ਕੋਲ ਨੇ, ਉਹ ਗੁਰੂ ਨੇ ਹੁਣ। ਹਾਂਜੀ। ਨਿਜ ਪਦ ਮੈਂ ਤਿਨ ਕੋ ਛੁਭ ਦਿਓ। ਉਹ ਮਹਾਨ ਗੁਰਤਾ ਗੱਦੀ ਦੀ ਜਿਹੜੀ ਪਦਵੀ ਹੈ ਉਹ ਹੁਣ ਉਹਨਾਂ ਦੇ ਕੋਲ ਹੈ। ਗੱਜ ਕੇ ਆਖੋ। ਇਹ ਨਹੀਂ ਵੀ ਗੁਰਦਾ ਗੱਦੀ ਵੀ ਦੇਤੀ ਤੇ ਸ਼ਕਤੀ ਆਪਣੇ ਕੋਲ ਰੱਖ ਕੇ ਜਿਹਨੂੰ ਮਰਜ਼ੀ ਕਹਿਣ ਵੀ ਇੰਝ ਹੋ ਜਾਏਗਾ, ਇੰਝ ਹੋ ਜਾਏਗਾ। ਕਿਰਪਾ ਦ੍ਰਿਸ਼ਟ ਤੇ ਦੇਖਣ ਕਰੀਆ ਹੈ। ਵੇਖ ਲੋ ਪਰ ਨਿਮਰਤਾ ਵੇਖੋ। ਭਾਈ ਦਾਤੂ ਨੂੰ ਮਹਾਰਾਜ ਕਹਿਣ ਲੱਗੇ ਹੁਣ ਉਹਨਾਂ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਓ, ਕਹਿਣ ਲੱਗੇ। ਹਾਂਜੀ। ਤੁਮ ਹੋ ਵੱਡੇ ਬਿਗਨ ਗਨ ਹਰੀਆ ਹੈ। ਵਾਹ ਵਾਹ, ਵੇਖੋ ਕਿੰਨੇ ਮਤਲਬ ਕਮਾਲ ਦੇ ਬਚਨ ਨੇ ਮਹਾਰਾਜ ਦੇ। ਕਹਿੰਦੇ ਤੁਸੀਂ ਵੱਡੇ ਹੋ, ਅਜੇ ਕਿ ਵੱਡੇ ਆਪ ਨੇ, ਉਮਰ 'ਚ ਵੱਡੇ ਨੇ, ਪਦਵੀ 'ਚ ਵੱਡੇ ਨੇ, ਮਾਲਕ ਨੇ, ਪਰ ਕਹਿਣ ਲੱਗੇ ਤੁਸੀਂ ਵੱਡੇ ਹੋ ਤੇ ਉਹਨਾਂ ਤੇ ਦ੍ਰਿਸ਼ਟੀ ਰੱਖਿਓ ਤੇ ਵਿਘਨ ਦੂਰ ਕਰਿਓ, ਰੁਕਾਵਟ ਨਾ ਕੋਈ ਪਾਇਓ। ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਉਹ ਤੇ ਬੁਰਿਆਂ ਨਾਲ ਨੇਕੀ ਕਰਦੇ ਆ, ਇਹ ਤੇ ਬਾਬਾ ਦਾਤੂ ਜੀ ਫਿਰ ਕਰਦੇ ਹੈਗੇ ਆ, ਤੇ ਥੋੜੀ ਭੁੱਲ ਹੋ ਗਈ ਸੀਗੀ ਜੀ। ਹਾਂਜੀ। ਇਨਕੋ ਸੁਤ ਗੁਰਤਾ ਜਬ ਪਾਵੈ। ਔਰ ਵੇਖ ਲੋ ਕਮਾਲ ਦੀ ਗੱਲ, ਉਦੋਂ ਹੀ ਮਹਾਰਾਜ ਨੇ ਬਚਨ ਕਰਤਾ ਜੀ। ਮਹਾਰਾਜ ਕਹਿੰਦੇ ਦਾਤੂ ਜੀ ਜਦੋਂ ਇਹਨਾਂ ਦੇ ਪੁੱਤਰ ਜੀ ਗੁਰਤਾ ਗੱਦੀ ਉੱਤੇ ਬੈਠਣਗੇ, ਹਾਂਜੀ, ਸਮੋ ਪਾਏ ਸੋ ਤੁਮ ਢਿਗ ਆਵੈ। ਉਹ ਰਾਮਦਾਸ ਜੀ ਦੇ ਪੁੱਤਰ ਸਮਾਂ ਪਾ ਕੇ ਤੁਹਾਡੇ ਕੋਲ ਆਉਣਗੇ। ਹਾਂਜੀ। ਸੋ ਜਬ ਕਰਹਿ ਸਪਰਸ਼ਨ ਹਾਥ। ਉਹ ਫਿਰ ਕੁਦਰਤੀ ਜਦੋਂ ਤੁਹਾਡੇ ਗੋਡੇ ਨੂੰ, ਲੱਤ ਨੂੰ ਹੱਥ ਲਾਉਣਗੇ ਨਾ, ਹਾਂਜੀ, ਹਰਿ ਸਰਬ ਸੰਕਟ ਤਹਿ ਸਾਥ। ਉਦੋਂ ਤੁਹਾਡਾ ਦੁੱਖ ਦੂਰ ਹੋਣਾ ਜੇ। ਗੱਜ ਕੇ ਆਖੋ। ਮਹਾਰਾਜ ਨੇ ਸਾਰੀ ਗੱਲ ਦੱਸ ਵੀ ਦਿੱਤੀ ਜੀ, ਦੱਸ ਵੀ ਦਿੱਤੀ। ਇਸ ਕਰਕੇ ਇਹਨੂੰ ਹੀ ਕਹਿੰਦੇ ਆ ਨਾ ਵੀ ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਿਆਰਿਓ ਇਹ ਦੋਸ਼ ਦੂਜੇ ਨੂੰ ਨਹੀਂ ਦੇਣਾ ਪੈਣਾ, ਚੰਗੀ ਗੱਲ ਨਹੀਂ ਦੂਜੇ ਨੂੰ ਦੋਸ਼ ਦੇਣਾ, ਫਿਰ ਆਪਣੀ ਗੱਲ ਆਉਣੀ ਜੀ ਸਾਰੀ ਜੀ। ਹਾਂਜੀ। ਦਾਸੂ ਆਏ ਮਿਲਿਓ ਸੁਖ ਪਾਏ। ਬਾਬਾ ਦਾਸੂ ਜੀ ਆਏ ਜੀ ਫਿਰ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਵੱਡੇ ਪੁੱਤਰ। ਮਹਾਰਾਜ ਸਰੀਰ ਤਿਆਗ ਰਹੇ, ਉਹਨਾਂ ਨੂੰ ਪਤਾ ਲੱਗਾ, ਉਹ ਵੀ ਆ ਕੇ ਮਹਾਰਾਜ ਦੇ ਚਰਨੀ ਢੱਠੇ ਜੀ। ਹਾਂਜੀ। ਅਪਰ ਲੋਕ ਦਰਸਹਿ ਸਮੁਦਾਏ। ਹੋਰ ਬੜੀਆਂ ਸੰਗਤਾਂ, ਬੜੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆ ਰਹੀਆਂ, 4 ਚੁਫੇਰਿਓਂ ਆ ਰਹੀਆਂ ਜੀ। ਹਾਂਜੀ। ਕਰ ਜੋਰ ਹੈ ਸਭ ਸੀਸ ਨਿਵਾਵੈ। ਹੱਥ ਜੋੜਦੀਆਂ, ਸਿਰ ਨਵਾਉਂਦੀਆਂ ਗੁਰੂ ਕੀਆਂ ਸੰਗਤਾਂ। ਹਾਂਜੀ। ਧੰਨ ਧੰਨ ਗੁਰ ਸ਼ਬਦ ਸੁਣਾਵੈ। ਤੇ ਮਹਾਰਾਜ ਦੇ ਦਰਸ਼ਨ ਕਰਕੇ ਤੇ ਸਾਰੇ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਵੇਖੋ ਉਦੋਂ ਸੰਗਤਾਂ ਆ ਕੇ ਧੰਨ ਧੰਨ ਕਰਨ ਦਈਆਂ ਤੇ ਅਸੀਂ ਕਿਉਂ ਨਹੀਂ ਕਰਦੇ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸਭ ਸੰਗਤ ਸੋ ਪੁਨਹ ਉਚਾਰਾ। ਮਹਾਰਾਜ ਫਿਰ ਪੱਕਿਆਂ ਕਰਨ ਦਏ ਆ, ਸਾਰੀਆਂ ਸੰਗਤਾਂ ਨੂੰ ਫਿਰ ਬਿਠਾ ਲਿਆ। ਫਿਰ ਗੁਰੂ ਅਮਰਦਾਸ ਜੀ ਨੇ ਦੁਬਾਰਾ ਆਖਿਆ ਜੀ। ਹਾਂਜੀ। ਰਾਮਦਾਸ ਮੈਂ ਰੂਪ ਸੁਧਾਰਾ। ਕਹਿਣ ਲੱਗੇ ਪਿਆਰਿਓ ਸਰੀਰ ਨਾਸ ਹੁੰਦਾ, ਇਹ ਸਰੀਰ ਨੇ ਨਾਸ ਹੋ ਜਾਣਾ। ਰਾਮਦਾਸ ਜੀ ਅੱਜ ਤੋਂ ਸਾਡਾ ਸਰੀਰ ਦੇ, ਕਹਿਣ ਲੱਗੇ ਇਹੋ ਹੀ ਸਾਡਾ ਰੂਪ ਨੇ। ਹਾਂਜੀ। ਮਮ ਸਮ ਇਸ ਕੋ ਪੂਜਨ ਕਰਨਾ। ਜਿਵੇਂ ਸਾਡੀ ਪੂਜਾ ਕਰਦੇ ਹੋ ਨਾ, ਉਵੇਂ ਇਹਨਾਂ ਨੂੰ ਮੰਨਣਾ, ਇਹਨਾਂ ਨੂੰ ਪੂਜਣਾ। ਹਾਂਜੀ। ਹੋ ਅਭੇਦ ਇਨ ਸੋ ਇੱਕ ਬਰਨਾ। ਅਸੀਂ ਇੱਕੋ ਹੀ ਗੱਲ,
ਅਭੇਦ ਹੈ, ਕਹਿਣ ਲੱਗੇ ਸਾਡੇ ਵਿੱਚ ਅਸੀਂ ਇਹਨਾਂ ਵਿੱਚ। ਹਾਂਜੀ, ਆਪਣੀ ਅਵਧ ਦੀਨ ਬੈਠਾਏ। ਮਹਾਰਾਜ ਕਹਿੰਦੇ ਅਸੀਂ ਆਪਣੀ ਉਮਰ ਦੇ ਕੇ ਇਹਨਾਂ ਨੂੰ ਬਿਠਾ ਰਹੇ ਆ, ਆਪਣੀ ਉਮਰ ਦਿੱਤੀ ਹੈ। ਹਾਂਜੀ, ਸ਼ਰਧਾ ਧਰਹਿ ਸੋ ਸਭ ਫਲ ਪਾਏ। ਜਿਹੜਾ ਇਹਨਾਂ ਉੱਤੇ ਸ਼ਰਧਾ ਧਰੇਗਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਪਿਆਰਿਓ ਉਹਨੂੰ ਸਾਰੇ ਹੀ ਫਲ ਮਿਲਣਗੇ। ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਮੈਂ ਹੋਵੋ ਅਬ ਅੰਤਰ ਧਿਆਨ। ਮਹਾਰਾਜ ਕਹਿਣ ਲੱਗੇ ਅਸੀਂ ਹੁਣ ਅੰਤਰ ਧਿਆਨ ਹੋ ਜਾਣਾ। ਹਾਂਜੀ, ਸੁਨ ਸੰਗਤ ਗੁਰ ਕੇ ਬਚਕਾਨ। ਤੇ ਇਹ ਬਚਨ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਆਪਣੇ ਕੰਨਾਂ ਰਾਹੀਂ ਸੁਣੇ ਜੀ। ਹਾਂਜੀ, ਜੈ ਜੈਕਾਰ ਉਚਾਰਨ ਕੀਨਾ। ਸਾਰਿਆਂ ਨੇ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ। ਗੁਰੂ ਜੀ ਨੇ ਧੰਨ ਧੰਨ ਕਿਹਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਸੰਗਤਾਂ ਧੰਨ ਧੰਨ ਕਰ ਰਹੀਆਂ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ, ਬੰਦਹਿ ਕਰ ਜੋਰਹਿ ਮਨ ਦੀਨਾ। ਹੱਥ ਜੋੜਦੀਆਂ ਮਨ ਨਿਮਰਤਾ ਵਿੱਚ ਲਿਆ ਰਹੀਆਂ ਸੰਗਤਾਂ। ਹਾਂਜੀ, ਭਾਦੋਂ ਕੀ ਸ਼ੁਭ ਪੂਰਨ ਮਾਸੀ। ਭਾਦਰੋਂ ਦਾ ਮਹੀਨਾ ਸੀ ਤੇ ਪੁੰਨਿਆਂ ਵਾਲੇ ਦਿਨ ਜੀ। ਹੁਣ ਵੀ ਭਾਦੋਂ ਦੀ ਪੁੰਨਿਆਂ ਨੂੰ ਨਾ ਜੀ ਜੱਗ ਮੇਲਾ ਹੁੰਦਾ ਜੀ ਗੁਰੂ ਅਮਰਦਾਸ ਸਾਹਿਬ। ਇਹ ਦਿਨ ਮਨਾਇਆ ਜਾਂਦਾ ਹੁਣ ਵੀ। ਹਾਂਜੀ, ਚਹਿਤ ਸਮਾਵਨ ਗੁਰ ਅਬਨਾਸ਼ੀ। ਗੁਰੂ ਸਾਹਿਬ ਜੀ ਨੇ ਪੁੰਨਿਆਂ ਵਾਲੇ ਦਿਨ ਸਰੀਰ ਤਿਆਗਣ ਦਾ ਫੁਰਨਾ ਬਣਾਇਆ ਜੀ। ਹਾਂਜੀ, ਸੰਗਤ ਸਹਿਤ ਸੁਨੰਦਨ ਹੀਰਾ। ਸੰਗਤਾਂ ਦੇ ਸਮੇਤ ਆਪਣੇ ਪੁੱਤਰਾਂ ਵੱਲ ਵੀ ਮਹਾਰਾਜ ਨੇ ਵੇਖਿਆ ਜੀ। ਹਾਂਜੀ, ਅਸ ਆਇਸ ਦੀਨਸ ਤਿਸ ਬੇਰਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਆਗਿਆ ਦਿੱਤੀ ਜੀ। ਹਾਂਜੀ, ਤਿਆਰੀ ਕਰੋ ਬਿਮਾਨ ਬਣਾਵੋ। ਮਹਾਰਾਜ ਕਹਿੰਦੇ ਭਾਈ ਪਿਆਰਿਓ ਤਿਆਰੀ ਕਰੋ ਤੇ ਬਿਬਾਨ ਬਣਾਓ। ਵੇਖੋ ਆਪੇ ਹੀ ਆਪਣੇ ਬਾਰੇ ਆਖਿਆ ਜੀ। ਬਿਬਾਨ ਸਮਝਦੇ ਨਾ ਜਿਹਦੇ ਚ ਸਰੀਰ ਨੂੰ ਰੱਖ ਕੇ ਲੈ ਕੇ ਜਾਣਾ ਜੀ। ਮਹਾਰਾਜ ਕਹਿੰਦੇ ਬਿਬਾਨ ਬਣਾਓ। ਹਾਂਜੀ, ਸਭ ਕਾਰਜ ਕਹਿ ਸ਼੍ਰੀਕਰ ਕਰਾਵੋ। ਤੇ ਛੇਤੀ ਛੇਤੀ ਸਾਰੇ ਕੰਮ ਕਰਾਉਣੇ ਆ, ਸਮਾਂ ਨਹੀਂ ਲਾਉਣਾ। ਹਾਂਜੀ, ਸੁਨਤ ਮੋਹਰੀ ਕਹਿ ਬਚ ਏਸੈ। ਹਾਂਜੀ, ਕਿਰਪਾ ਕਰਨ ਕੀ ਆਇਸ ਕੈਸੇ। ਗੱਜ ਕੇ ਆਖੋ। ਤੇ ਬਾਬਾ ਮੋਹਰੀ ਜੀ ਨਾ ਜੀ ਜੰਮਦਿਆਂ ਜੰਮਦਿਆਂ ਫਿਰ ਮਹਾਰਾਜ ਨੂੰ ਪੁੱਛਣ ਲੱਗ ਪਏ ਜੀ। ਮਨ ਚ ਉਸ ਸਮੇਂ ਬੜੇ ਬਲਬਲੇ ਉੱਠਦੇ ਜੀ ਪਿਆਰ ਵਾਲਿਆਂ ਦੇ। ਬਾਬਾ ਮੋਹਰੀ ਜੀ ਨੇ ਉਸ ਸਮੇਂ ਫਿਰ ਪੁੱਛ ਲਿਆ ਜੀ। ਹਾਂਜੀ, ਬਹੁਰ ਮੋਹਰੀ ਬੂਜਨ ਕਰੇ। ਗ੍ਰਹੀ ਧਰਮ ਤੁਮ ਕਹਿ ਸੋ ਧਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮੈਂ ਕੀ ਕਰਾਂ? ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ? ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਮੈਂ ਆਪਣੇ ਗ੍ਰਸਤੀ ਧਰਮ ਅੱਗੋਂ ਪਰਿਵਾਰ 'ਚ ਮੈਂ ਕਿਵੇਂ ਰਵਾਂਗਾ? ਤੁਹਾਡੇ ਬਗੈਰ ਤੇ ਸਾਡਾ ਆਸਰਾ ਹੀ ਕੋਈ ਨਹੀਂ ਹੈਗਾ। ਹਾਂਜੀ, ਬਿਨ ਮਾਇਆ ਸਿੱਧ ਹੋਏ ਨ ਸਾਰੇ। ਹਾਂਜੀ, ਕਿਰਤ ਕੇ ਕਰਹਿ ਚਲਹਿ ਵਿਵਹਾਰੇ। ਮਹਾਰਾਜ ਮੈਂ ਕੋਈ ਕਿਰਤ ਕਰਾਂ ਜਾਂ ਇੰਝ ਹੀ ਰਵਾਂ? ਕਿਰਤ ਨਹੀਂ ਸੀ ਨਾ ਕਰਦੇ, ਸੇਵਾ ਹੀ ਕਰਦੇ ਹੁੰਦੇ ਸੀਗੇ ਜੀ। ਤੇ ਮਹਾਰਾਜ ਫਿਰ ਤੁਹਾਡੇ ਤੋਂ ਬਾਅਦ ਅਸੀਂ ਪ੍ਰਸ਼ਾਦਾ ਪਾਣੀ ਕਿਵੇਂ ਛਕਣਾ? ਬੜੀ ਨਿਮਰਤਾ 'ਚ ਆ ਗਏ ਨਾ ਜੀ। ਮਹਾਰਾਜ ਮੈਂ ਕੋਈ ਕੰਮ ਕਾਰ ਕਰਾਂ ਸੱਚੇ ਪਾਤਸ਼ਾਹ? ਹਾਂਜੀ, ਬਿਨਾ ਕਿਰਤ ਕਰ ਆਏ ਨਾ ਮਾਇਆ। ਕਿਉਂਕਿ ਉਹ ਬਿਨਾ ਕਿਰਤ ਤੋਂ ਪਰਿਵਾਰ ਨੂੰ ਕਿਵੇਂ ਪਾਲਾਂਗਾ ਮਹਾਰਾਜ। ਹਾਂਜੀ, ਜੋ ਕੁਛ ਕਰਹਿ ਕਹੋ ਕਰ ਦਇਆ। ਮਹਾਰਾਜ ਮੈਂ ਕੀ ਕਰਾਂ? ਮੇਰੇ ਤੇ ਮਿਹਰ ਕਰਕੇ ਮੈਨੂੰ ਇਹ ਗੱਲ ਦੱਸੋ। ਹਾਂਜੀ, ਸਤਿਗੁਰ ਕਹਿਓ ਕਰੋ ਸ਼ੁਭਕਾਰ। ਮਹਾਰਾਜ ਕਹਿਣ ਲੱਗੇ ਮੋਹਰੀ ਜੀ ਸਾਡੇ ਸਰੀਰ ਤਿਆਗਣ ਪਿੱਛੋਂ ਕੰਮ ਕਾਰ ਕਰਿਓ। ਅੱਜ ਤੱਕ ਬਾਬਾ ਮੋਹਰੀ ਜੀ ਦਾ ਖਾਨਦਾਨ ਕਿਰਤ ਕਰਦਾ ਸਾਧ ਸੰਗਤ ਜੀ। ਉਹ ਗੁਰਪੁਰਬ ਵੀ ਮਨਾਉਂਦੇ, ਆਪਣੇ ਘਰ ਗ੍ਰਾਹੀ ਨਹੀਂ ਕਰਦੇ, ਉਹ ਕਿਰਤ ਕਰਦੇ ਆ। ਉਸੇ ਮਾਇਆ ਨਾਲ ਆਪਣੇ ਗੁਰੂ ਦਾ ਪੁਰਬ ਮਨਾਉਂਦੇ ਜੀ। ਹਾਂਜੀ, ਧਰਮ ਕਿਰਤ ਤੇ ਸਿੱਧ ਵਿਵਹਾਰ। ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰੋ, ਉਹਦੇ ਨਾਲ ਕਾਰਜ ਸਾਰੇ ਤੁਹਾਡੇ ਠੀਕ ਹੋਣਗੇ। ਹਾਂਜੀ,
ਕੁਲ ਮਹਿ ਸੰਕਟ ਆਏ ਜੇ ਪਰੈ। ਜੇ ਕਿਤੇ ਤੁਹਾਡੀ ਕੁੱਲ ਵਿੱਚ ਕੋਈ ਮੁਸ਼ਕਲ ਆ ਬਣੇ, ਸਮਾਂ ਬੜਾ ਕੁਝ ਕਰਦਾ ਜੀ, ਸਮੇਂ ਨਾਲ 100 ਮੁਸ਼ਕਲਾਂ ਆਉਂਦੀਆਂ। ਜੇ ਕੋਈ ਮੁਸ਼ਕਲ ਆ ਬਣੇ, ਸਿਮਰਹੁ ਮੋਹ ਕਾਜ ਸਭ ਸਰੈ। ਵਾਹ ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਾਨੂੰ ਯਾਦ ਕਰ ਲਿਓ, ਸਾਰੇ ਕੰਮ ਹੀ ਬਣ ਜਾਣਗੇ। ਕਹਿਣ ਲੱਗੇ ਸਾਨੂੰ ਯਾਦ ਕਰਿਓ ਉਸ ਸਮੇਂ। ਹਾਂਜੀ। ਹੇ ਸੁਤ ਧਰਮ ਕਿਰਤ ਜੋ ਕਰਨੀ, ਹਾਂਜੀ। ਹਰ ਸਿਮਰਨ ਇਹ ਭਗਤ ਸੁਬਰਨੀ। ਮਹਾਰਾਜ ਕਹਿਣ ਲੱਗੇ ਪੁੱਤਰ, ਧਰਮ ਦੀ ਕਿਰਤ ਕਰਨੀ, ਸਿਮਰਨ ਕਰਨਾ, ਭਗਤੀ ਕਰਨੀ। ਹਾਂਜੀ। ਭਗਤ ਕਰਹਿ ਸੁਖ ਲਹੈ ਅਭਰਮ। ਤੇ ਮਹਾਰਾਜ ਕਹਿਣ ਲੱਗੇ ਉਹਦੇ ਵਿੱਚ ਤੇ ਕੋਈ ਸ਼ੱਕ ਹੀ ਨਹੀਂ, ਬੜੇ ਵੱਡੇ ਸੁੱਖ ਮਿਲਦੇ ਆ। ਸੰਗਤ ਜੀ, ਜਿਹੜਾ ਬੰਦਾ ਆਪਣੇ ਹੱਥੀਂ ਕਿਰਤ ਕਰਦਾ, ਦਿਹਾੜੀ ਕਰਦਾ, ਮਹੀਨੇ ਤੇ ਕੰਮ ਕਰਦਾ, ਕਿਰਤ ਕਰਦਾ, ਤੇ ਫਿਰ ਜਪਦਾ ਵਾਹਿਗੁਰੂ ਦਾ ਨਾਮ, ਉਹਦੀ ਬੜੀ ਤਰੱਕੀ ਹੁੰਦੀ ਹੈ ਜੀ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਨਾ ਜਿਹੜੇ ਜੀ, ਉਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਬੜਾ ਹੀ ਉਹਨਾਂ ਨਾਮ ਜਪਿਆ ਜੀ। ਕਿਤੇ ਦੀਵਾਨ ਲਾਉਣ ਗਏ ਤੇ ਉੱਥੇ ਨਾ ਜੀ ਉਹਨਾਂ ਨੇ ਆਪਣੇ ਪ੍ਰੇਮੀਆਂ ਨੂੰ ਆਖਿਆ, ਪ੍ਰੇਮੀਓ ਜਾਓ ਕਿਤੋਂ ਕਿਰਤ ਕਰਕੇ ਲਿਆ ਕੇ ਮੈਨੂੰ ਪ੍ਰਸ਼ਾਦਾ ਛਕਾਓ। ਪ੍ਰੇਮੀ ਕਹਿੰਦੇ ਕਿਉਂ? ਕਹਿੰਦੇ ਕਿਰਤ ਦੀ ਮਿਹਨਤ ਦੀ ਕਮਾਈ ਦਾ ਜਿਹੜਾ ਪ੍ਰਸ਼ਾਦਾ ਹੁੰਦਾ ਉਹ ਬੜਾ ਹੀ ਪਵਿੱਤਰ ਹੁੰਦਾ ਹੈ ਜੀ, ਬੜਾ ਪਵਿੱਤਰ ਹੁੰਦਾ ਹੈ। ਹਾਂਜੀ। ਹਰ ਕੀ ਭਗਤ ਕਹਾਵਤ ਧਰਮ। ਮਹਾਰਾਜ ਕਹਿਣ ਲੱਗੇ ਮੋਰੀ ਜੀ, ਨਾਲੇ ਤੇ ਕਰਿਓ ਕਿਰਤ, ਨਾਲੇ ਜਪਿਓ ਪਰਮੇਸ਼ਰ ਦਾ ਨਾਮ। ਅਸੀਂ ਤੁਹਾਡੇ ਤੋਂ ਦੂਰ ਨਹੀਂ ਹੈਗੇ ਕਿਤੇ। ਕਹਿਣ ਲੱਗੇ ਹਾਂਜੀ। ਬਿਨ ਹਰ ਭਗਤ ਕਰਹਿ ਗਨ ਕਰਮ। ਮਹਾਰਾਜ ਕਹਿਣ ਲੱਗੇ ਜਿਹੜੇ ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕਰਮ ਕਰਦੇ, ਕੰਮ ਕਾਰ ਤੇ ਕਰਦੇ, ਕਿਰਤ ਵੀ ਕਰਦੇ ਆ, ਪਰ ਨਾਮ ਨਹੀਂ ਜਪਦੇ ਜੀ। ਹਾਂਜੀ। ਸੋ ਸਗਰੋ ਹੋਏ ਜਾਹੇ ਅਧਰਮ। ਮਹਾਰਾਜ ਕਹਿੰਦੇ ਉਹ ਤੇ ਅਧਰਮ ਹੀ ਹੈਗਾ ਸਾਰਾ। ਆ ਮੈਂ ਬੜੇ ਬੜੇ ਗਿਆਨੀਆਂ ਦੇ ਅਰਥ ਸੁਣਦਾ ਰਹਿਣਾ ਜੀ। ਅੱਜ ਹੀ ਇੱਕ ਦੇ ਸੁਣ ਰਿਹਾ ਸਾਂ ਸਵੇਰੇ, ਜਿੱਥੇ ਨਾਮ ਜਪਣ ਦੀ ਗੱਲ ਆਉਂਦੀ ਸੀ ਨਾ ਜੀ, ਉਹ ਕਹਿੰਦਾ ਜੀ ਚੰਗੇ ਕੰਮ ਕਰੋ, ਇਹੋ ਹੀ ਨਾਮ ਜਪਣਾ ਹੈਗਾ ਜੀ। ਬਿਲਕੁਲ ਗਲਤ ਹੈਗੀ ਗੱਲ ਜੀ ਇਹ। ਚੰਗੇ ਕੰਮਾਂ ਵਿੱਚ ਤੇ ਨਾਮ ਜਪਣ ਵਿੱਚ ਫਰਕ ਹੈਗਾ ਜੀ। ਕਿਸੇ ਨੂੰ ਪਾਣੀ ਪਿਆ ਦੇਣਾ ਚੰਗਾ ਕੰਮ ਹੈਗਾ, ਪਰ ਇਹ ਨਾਮ ਜਪਣਾ ਨਹੀਂ ਹੈਗਾ ਜੀ। ਮਹਾਰਾਜ ਕਹਿੰਦੇ ਕਿਰਤ ਕਰੋ, ਪਰ ਜੇ ਨਾਲ ਨਾਮ ਨਹੀਂ ਜਪਦੇ ਤੇ ਬਹੁਤਾ ਲਾਭ ਨਹੀਂ ਹੋਣਾ ਤੁਹਾਨੂੰ। ਨਾਮ ਜਪਣਾ ਪੈਣਾ। ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਵੀ ਮਹਾਰਾਜ ਦਾ ਪਰਿਵਾਰ ਤੇ ਮਹਾਰਾਜ ਕਹਿੰਦੇ ਕੋਈ ਨਹੀਂ ਤੁਸੀਂ ਨਾਮ ਨਾ ਜਪਿਓ, ਮੈਂ ਆਪੇ ਸਾਂਭ ਲੂੰਗਾ। ਹਾਂਜੀ। ਸਭ ਸੰਗਤ ਕੋ ਤਬ ਉਪਦੇਸ਼ਾ। ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਜੀ। ਹਾਂਜੀ। ਕਰ ਹਰ ਭਗਤ ਬਿਨਾਸ਼ ਕਲੇਛਾ। ਭਾਈ ਪਿਆਰਿਓ, ਅਸਾਂ ਤੇ ਸਰੀਰ ਤਿਆਗ ਦੇਣਾ, ਬਾਣੀ ਰਚੀ ਹੈ, ਬਾਣੀ ਪੜ੍ਹਿਓ ਤੇ ਵਾਹਿਗੁਰੂ 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 ਪਰਮੇਸ਼ਰ ਦਾ ਜਪਿਓ ਨਾਮ। ਇਹਦੇ ਨਾਲ ਹੀ ਕਲੇਸ਼ ਦੂਰ ਹੋਣਗੇ ਤੁਹਾਡੇ, ਇਹਦੇ ਨਾਲ ਹੀ ਕਲੇਸ਼ ਦੂਰ ਹੋਣਗੇ। ਤਨ ਮਨ ਦੋਵਾਂ ਦੇ ਕਲੇਸ਼ ਨਾਮ ਨਾਲ ਦੂਰ ਹੋਣੇ ਜੀ। ਹਾਂਜੀ। ਕਿਰਪਾ ਦ੍ਰਿਸ਼ਟ ਸਭ ਉਰ ਨਿਹਾਰੇ। ਉਹਦੇ ਤੋਂ ਬਾਅਦ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮਿਹਰ ਕੀਤੀ। ਜਿੰਨੀ ਸੰਗਤ ਬੈਠੀ ਸੀ ਨਾ, ਗੁਰੂ ਅਮਰਦਾਸ ਜੀ ਨੇ ਸਾਰਿਆਂ ਵੱਲ ਕਿਰਪਾ ਭਰੀ ਨਿਗਾਹ ਨਾਲ ਵੇਖਿਆ ਜੀ, ਸਾਰਿਆਂ ਵੱਲ ਜੀ। ਕਿਰਪਾ ਦ੍ਰਿਸ਼ਟ ਸਭ ਉਰ ਨਿਹਾਰੇ। ਹਾਂਜੀ। ਹੋਤੀ ਭਾਵਨੀ ਜੋ ਜਿਸ ਧਾਰੇ। ਲਓ, ਜਿੰਨੇ ਜੋ ਆਪਣੇ ਮਨ 'ਚ ਸੋਚਿਆ ਸੀ ਨਾ, ਹਾਂਜੀ, ਸਭ ਕੋ ਮਨ ਬਾਂਛਤ ਫਲ ਪਾਵਾ। ਵਾਹਿਗੁਰੂ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਹੈ ਜੀ। ਕਹੋ ਪ੍ਰੇਮ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਕੋਲ ਜਿੰਨੀਆਂ ਸੰਗਤਾਂ ਆਈਆਂ, ਮਹਾਰਾਜ ਨੇ ਸਾਰਿਆਂ ਵੱਲ ਵੇਖਿਆ ਕਿ ਉਹ ਸਮਾਂ ਨਹੀਂ ਸੀ ਇੰਨਾ। ਹਰ ਇੱਕ ਬੰਦਾ ਮੰਗਦਾ। ਸੰਗਤਾਂ ਬੈਠੀਆਂ, ਬੈਠਾ ਜਿਹੜਾ ਫੁਰਨਾ ਲੈ ਕੇ ਆਇਆ ਉਹਦਾ ਉੱਥੇ ਹੀ ਪੂਰਾ ਕਰ ਦਿੱਤਾ ਜੀ। ਉੱਥੇ ਹੀ ਮਿਹਰਾਂ ਵਰਤਾ ਦਿੱਤੀਆਂ ਜੀ, ਕਿਰਪਾ ਕਰ ਦਿੱਤੀ ਜੀ। ਹਾਂਜੀ। ਪੁਨ ਸਤਿਗੁਰ ਸਭ ਸੰਗ ਅਲਾਵਾ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਸਾਰੀ ਸੰਗਤ ਨੂੰ ਫਿਰ ਆਖਿਆ ਜੀ, ਅਸੀਂ ਬੜੇ ਭਾਗਾਂ ਵਾਲੇ ਹਾਂ, ਅਸੀਂ ਉਹ ਬਚਨ ਸੁਣ ਰਹੇ ਜਿਹੜੇ ਆਮ ਪ੍ਰੇਮੀਆਂ ਨੂੰ ਨਹੀਂ ਪਤਾ। ਸਾਧ ਸੰਗਤ ਜੀ,
ਹੋ ਸਕਦਾ ਤੁਹਾਨੂੰ ਬਹੁਤਿਆਂ ਨੂੰ ਇੰਜ ਮਹਿਸੂਸ ਹੋਵੇ ਵੀ ਅਸੀਂ ਸੋਣੀ ਪਹਿਲੀ ਵਾਰੀ ਰਹੇ ਹਾਂ ਜੀ। ਹਾਂਜੀ। ਸੁਤ ਭਰਾਤਾ ਬੰਧੂ ਸਿੱਖ ਦਾਸ। ਮਹਾਰਾਜ ਕਹਿਣ ਲੱਗੇ ਭਾਵੇਂ ਹੋਣ ਮੇਰੇ ਪੁੱਤਰ ਦੋਵੇਂ, ਭਾਵੇਂ ਮੇਰੇ ਭਰਾ ਹੋਣ, ਭਾਵੇਂ ਮੇਰੇ ਰਿਸ਼ਤੇਦਾਰ ਹੋਣ, ਤੇ ਭਾਵੇਂ ਮੇਰੇ ਸੇਵਕ, ਮੇਰੇ ਬੱਚੇ, ਮੇਰੇ ਸਿੱਖ ਹੋਣ, ਕਹਿਣ ਲੱਗੇ। ਹਾਂਜੀ। ਪਾਛੇ ਕਰੋ ਨਾ ਸ਼ੋਕ ਪ੍ਰਕਾਸ਼। ਪਿਆਰਿਓ ਸਾਡੇ ਸਰੀਰ ਤਿਆਗਣ ਮਗਰੋਂ ਸ਼ੋਕ ਨਾ ਕਰਿਓ। ਹਾਂਜੀ। ਮੁਦਤ ਰਹੋ ਹਰ ਕੇ ਗੁਣ ਗਾਵੋ। ਬਸ ਖੁਸ਼ ਰਿਓ, ਵਾਹਿਗੁਰੂ ਦੇ ਗੁਣ ਗਾਇਓ। ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਹਾਂਜੀ। ਕਥਾ ਕੀਰਤਨ ਸੁਨੋ ਸੁਣਾਵੋ। ਸਾਡੇ ਸਰੀਰ ਤਿਆਗਣ ਮਗਰੋਂ ਕੀਰਤਨ ਕਰਿਓ, ਕਥਾ ਕਰਿਓ। ਹਾਂਜੀ। ਇਮ ਕਹਿ ਸਤਿਗੁਰ ਘਰ ਲਿਪਵਾਇਸ। ਇਹ ਕਹਿ ਕੇ ਮਹਾਰਾਜ ਨੇ ਉਸ ਅਸਥਾਨ ਨੂੰ ਸੁਧਾਰਿਆ ਜਿੱਥੇ ਸਾਧ ਸੰਗਤ ਜੀ ਸਰੀਰ ਤਿਆਗਣਾ ਸਿੱਖਾਂ ਨੂੰ ਕਹਿ ਕੇ ਸੁਧਰਵਾਇਆ ਜੀ ਉਹਨੂੰ। ਹਾਂਜੀ। ਚੰਦਨ ਆਦ ਸੁਗੰਧ ਸਿਰ ਕਾਇਸ। ਉਦੋਂ ਕੱਚੀਆਂ ਥਾਵਾਂ ਹੁੰਦੀਆਂ ਸੀਗੀਆਂ ਜੀ, ਤੇ ਗੋਹੇ ਦਾ ਪੋਚਾ ਫਿਰਦਾ ਹੁੰਦਾ ਸੀਗਾ ਜੀ। ਉਹ ਫੇਰਿਆ, ਉਹ ਸੁੱਕਿਆ, ਫਿਰ ਸਾਧ ਸੰਗਤ ਜੀ ਉੱਥੇ ਸਿੱਖਾਂ ਨੇ ਚੰਦਨ ਦੀਆਂ ਲੱਕੜਾਂ ਲਿਆਂਦੀਆਂ ਸਨ ਜੀ। ਅਜੇ ਚੰਦਨ ਦੀ ਲੱਕੜ ਮਿਲਦੀ ਨਹੀਂ ਸੌਖੀ ਜੀ। ਚੰਦਨ ਦੀਆਂ ਲੱਕੜਾਂ ਲਿਆਂਦੀਆਂ ਸਨ ਜੀ। ਹਾਂਜੀ। ਬਰਨ ਬਰਨ ਫੂਲਨ ਕੀ ਮਾਲਾ। ਗੁਰੂ ਕੇ ਸਿੱਖਾਂ ਨੇ ਬੜੇ ਤਰੀਕਿਆਂ ਦੇ ਫੁੱਲਾਂ ਦੇ ਹਾਰ ਲਿਆ ਕੇ ਰੱਖੇ ਸਨ ਮਹਾਰਾਜ ਗਰੀਬ ਨਵਾਜ ਜੀ ਦੇ ਗਲ ਵਿੱਚ ਸਜਾਉਣ ਵਾਸਤੇ। ਹਾਂਜੀ। ਕੁਛ ਆਸਨ ਪਰ ਪੋਟੇ ਦਇਆਲਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਆਪਣੇ ਆਸਣ ਤੇ ਸੱਜੇ ਸਨ ਜੀ। ਆਪਣੇ ਆਸਣ ਤੇ ਸੱਜ ਕੇ ਬੈਠ ਗਏ। ਸਾਰਿਆਂ ਨਾਲ ਬਚਨ ਕੀਤੇ ਮਹਾਰਾਜ ਨੇ ਖੁਸ਼ੀ ਦੇ। ਸਾਰਿਆਂ ਨੂੰ ਆਖਿਆ ਸਾਡੇ ਜਾਣ ਪਿੱਛੋਂ ਰੋਇਓ ਨਾ, ਸਾਡੇ ਜਾਣ ਪਿੱਛੋਂ ਕਥਾ ਕੀਰਤਨ ਕਰਿਓ। ਕਹਿਣ ਲੱਗੇ ਖੁਸ਼ ਰਿਓ, ਵਾਹਿਗੁਰੂ ਦੇ ਗੁਣ ਗਾਇਓ, ਅਸੀਂ ਸਦਾ ਹੀ ਤੁਹਾਡੇ ਵਿੱਚ ਆ ਗਏ ਹਾਂ। ਹਾਂਜੀ। ਸਭ ਕੇ ਦੇਖਤ ਭੀਰ ਕਨੇਰੀ। ਬਸ ਉਹ ਸਾਰਿਆਂ ਦੇ ਵੇਖਦਿਆਂ 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 ਬਿਸਦ ਬਸਤਰ ਲੈ ਮੁਖ ਪਰ ਫੇਰੀ। ਬਜ਼ੁਰਗ ਸਰੀਰ ਹੈ, ਚਿਹਰਾ ਦਗ ਦਗ ਕਰਦਾ ਹੈ, ਚਿੱਟੀ ਦਸਤਾਰ ਸਜਾਈ ਹੈ, ਚਿੱਟਾ ਚੋਲਾ ਪਾਇਆ ਹੈ, ਚਿੱਟਾ ਸਤਿਗੁਰੂ ਜੀ ਦਾ ਦਾੜਾ ਹੈ। ਮਹਾਰਾਜ ਗਰੀਬ ਨਵਾਜ ਲੇਟ ਗਏ ਹੈ ਤੇ ਆਪਣੇ ਉੱਤੇ ਸਾਧ ਸੰਗਤ ਜੀ ਚਿੱਟੀ ਚਾਦਰ ਲਈ ਹੈ, ਤੇ ਮੁਖੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਹਿਗੁਰੂ 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 ਉਚਾਰਦੇ ਆ। ਹਾਂਜੀ। ਕਰਤ ਭਏ ਪਰਲੋਕ ਪਿਆਨਾ। ਹਾਂਜੀ। ਨਭ ਮਹਿ ਕੋਤਕ ਹੋਤ ਮਹਾਨਾ। ਬਸ ਉਸੇ ਵੇਲੇ ਹੀ ਲੰਮੇ ਪਏ ਗੁਰੂ ਰਾਮਦਾਸ ਜੀ, ਗੁਰੂ ਜੀ ਦੇ ਪੁੱਤਰ, ਬਾਬਾ ਬੁੱਢਾ ਸਾਹਿਬ, ਗੁਰੂ ਜੀ ਦੀਆਂ ਬੱਚੀਆਂ, ਗੁਰੂ ਅੰਗਦ ਦੇਵ ਜੀ ਦੇ ਪੁੱਤਰ, ਹੋਰ ਸਿੱਖ ਸੰਗਤਾਂ ਸਾਰੇ ਖਲੋਤੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ ਜੀ। ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ, ਜੋਤੀ ਜੋਤ ਰਲੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਮਹਾਰਾਜ ਨੇ ਸਰੀਰ ਤਿਆਗ ਦਿੱਤਾ ਜੀ। ਸੂਰਜ ਤੇਜ ਮੰਦ ਪਰ ਗਈਉ, ਨਭ ਮਹਿ ਕੌਤਕ ਹੋਤ ਮਹਾਨਾ। ਕਹਿੰਦੇ ਉਸ ਸਮੇਂ ਨਾ ਆਕਾਸ਼ ਵਿੱਚ ਬੜੇ ਮਹਾਨ ਕੌਤਕ ਹੋਏ ਹੈ, ਬੜੇ ਅਚਰਜ ਕੌਤਕ ਹੋਏ। ਜਿੱਧਰੋਂ ਮਹਾਰਾਜ ਨੇ ਸਰੀਰ ਤਿਆਗਿਆ ਉਧਰੋਂ ਸਾਧ ਸੰਗਤ ਜੀ ਅਸਮਾਨ ਵਿੱਚ ਕੁਝ ਅਜੀਬ ਤਰ੍ਹਾਂ ਦੀਆਂ ਗੱਲਾਂ ਹੋਈਆਂ ਜੀ। ਉਹ ਕੀ ਹੈ? ਸੂਰਜ ਚੜ੍ਹਿਆ ਸੀਗਾ ਪਰ ਇੱਕਦਮ ਸਾਰੇ ਪਾਸੇ ਹਨੇਰਾ ਛਾ ਗਿਆ ਜੀ, ਸੂਰਜ ਦੀ ਰੌਸ਼ਨੀ ਘਟ ਗਈ ਜੀ। ਹਾਂਜੀ। ਅਨਕ ਪ੍ਰਕਾਸ਼ ਅਪਰਬਿਦ ਭਇਉ। ਤੇ ਹੁਣ ਪਤਾ ਕੀ ਵੇਖਦੇ ਸਾਰੇ?
ਸੂਰਜ ਚੜ੍ਹਿਆ, ਧੁੱਪ ਛਾਂ ਵਿੱਚ ਬਦਲ ਗਈ ਹੈ ਤੇ ਉੱਥੇ ਚਾਨਣ ਆਉਣ ਲੱਗ ਪਿਆ ਜੀ। ਅਜੀਬ ਤਰ੍ਹਾਂ ਦਾ ਚਾਨਣ ਆਉਣ ਲੱਗ ਪਿਆ ਜੀ। ਅਨੇਕ ਪ੍ਰਕਾਸ਼ ਅਪਰਬਿਦ ਭਇਓ, ਹੋਰ ਕਈ ਤਰ੍ਹਾਂ ਦਾ ਚਾਨਣ ਉੱਥੇ ਹੋਣ ਲੱਗ ਪਿਆ ਜੀ। ਹਾਂਜੀ, ਦੇਵਤਾਨ ਕੇ ਘਨੇ ਬਿਮਾਨਾ, ਤੇ ਜਿਨ੍ਹਾਂ ਦੀ ਤੇ ਦ੍ਰਿਸ਼ਟੀ ਸੀਗੀ ਉਹਨਾਂ ਨੂੰ ਵਿਖਿਆ। ਦੇਵਤਿਆਂ ਵੱਲੋਂ ਇੱਕ ਬਿਬਾਨ ਨਹੀਂ ਆਇਆ, ਕਈ ਬਿਬਾਨ ਆਏ ਆ ਜੀ। ਹਾਂਜੀ, ਆਵਤ ਭਏ ਛਾਏ ਅਸਮਾਨਾ, ਉਹ ਅਸਮਾਨ ਵਿੱਚ ਆਏ ਆ ਬਿਬਾਨ ਲੈ ਕੇ। ਮਹਾਰਾਜ ਗਰੀਬ ਨਵਾਜ ਜੀ ਦੇ ਸੂਖਸ਼ਮ ਸਰੀਰ ਨੂੰ ਬਿਠਾ ਕੇ ਸੱਚਖੰਡ ਖੜਨਾ ਜੀ। ਹਾਂਜੀ, ਚਲੀ ਸੁਗੰਧਿਤ ਮੰਦ ਸਮੀਰਾ, ਕਹਿੰਦੇ ਉਸ ਸਮੇਂ ਨਾ ਪਤਾ ਨਹੀਂ ਕੀ ਗੱਲ ਹੈ, ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਸਰੀਰ ਤਿਆਗਿਆ, ਗੁਰੂ ਅਮਰਦਾਸ ਜੀ ਦਾ ਜੀਵ ਆਤਮਾ ਸਰੀਰ ਵਿੱਚੋਂ ਨਿਕਲਿਆ। ਹਵਾ, ਮਿੱਠੀ ਮਿੱਠੀ ਹਵਾ ਤੁਰਨ ਲੱਗ ਪਈ ਤੇ ਹਵਾ 'ਚ ਖੁਸ਼ਬੂ ਆਉਣ ਲੱਗ ਪਈ ਹੈ ਜੀ। ਇਹ ਦੇਵਰੂਹਾਂ ਦੇ ਆਉਣ ਦੇ ਚਿੰਨ੍ਹ ਹੁੰਦੇ ਆ। ਹਾਂਜੀ, ਗੁਰਜਤ ਕੰਨ ਧੁਨ ਮ੍ਰਿਦਲ ਗੰਭੀਰਾ, ਗਰਜਤ ਘਨ ਧੁਨ ਮ੍ਰਿਦੁਲ ਗੰਭੀਰਾ। ਸਾਧ ਸੰਗਤ ਜੀ ਬੱਦਲ ਗੱਜਣ ਲੱਗ ਪਏ ਜੀ। ਹਾਂਜੀ, ਬੱਦਲ ਗੱਜਣ ਤੇ ਲੱਗ ਪਏ, ਪਰ ਬੱਦਲਾਂ ਦੀਆਂ ਆਵਾਜ਼ਾਂ ਡਰਾਉਣੀਆਂ ਨਹੀਂ ਸਨ, ਕੋਮਲ ਸਨ ਜੀ। ਹਾਂਜੀ, ਬਿਦ ਸ਼ਿਵ ਸੁਰਪਤ ਰਵ ਸਸ ਆਏ, ਉਸ ਸਮੇਂ ਫਿਰ ਦੱਸਦੇ ਆ, ਕਹਿੰਦੇ ਸਮੂਹ ਦੇਵਤੇ ਸੱਚੇ ਪਾਤਸ਼ਾਹ ਜੀ ਦੇ ਬਿਬਾਨ ਨੂੰ ਮੋਢਾ ਲਾਉਣ ਵਾਸਤੇ ਆਏ ਆ। ਸਾਧ ਸੰਗਤ ਜੀ, ਉਂਝ ਜਦੋਂ ਇਸ ਤਰ੍ਹਾਂ ਮਹਾਰਾਜ ਸਰੀਰ ਤਿਆਗਦੇ ਆ, ਧਰਤੀ ਤੇ ਵੀ ਬੈਰਾਗ ਹੁੰਦਾ ਉੱਤੇ ਵੀ ਬੈਰਾਗ ਹੈ, ਪਰ ਸਾਧ ਸੰਗਤ ਜੀ ਉਹ ਇਸ ਕਰਕੇ ਖੁਸ਼ ਹੁੰਦੇ ਆ, ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਵਿੱਚ ਆ ਕੇ ਰਹਿਣਗੇ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਰ ਪਾਇਓ। ਦੇਵਤੇ ਆਏ ਆ ਮਹਾਰਾਜ ਜੀ ਦੇ ਬਿਬਾਨ ਨੂੰ ਮੋਢਾ ਲਾਉਣ ਵਾਸਤੇ। ਹਾਂਜੀ, ਗੰਤਰਬ ਸਿੱਧ ਰਖੀ ਸਮੁਦਾਏ, ਬੜੇ ਸਿੱਧ ਵੀ ਆਏ ਮਹਾਰਾਜ ਨੂੰ ਮੱਥਾ ਟੇਕਣ ਵਾਸਤੇ। ਗੰਧਰਵ ਆਏ ਆ, ਸਵਰਗਾਂ ਦੇ ਜਿਹੜੇ ਰਾਗੀ ਹੈ ਨਾ ਉਹ ਆਏ ਆ। ਬੜੇ ਬੜੇ ਰਿਸ਼ੀ ਗੁਪਤ ਰੂਪ ਵਿੱਚ ਆ ਕੇ ਮਹਾਰਾਜ ਨੂੰ ਮੱਥਾ ਟੇਕਦੇ ਆ। ਤੁਸੀਂ ਸੁਣੀ ਸੀ ਕਥਾ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਤਿਆਗਿਆ, ਮਹਾਰਾਜ ਨੇ ਲੰਗਰ ਲਾਇਆ ਸੀਗਾ। ਕਹਿੰਦੇ ਜਿਹੜੇ ਦੇਵਤੇ ਆ ਨਾ, ਉਹ ਦੇਵਤੇ ਵੀ ਸਰੀਰ ਬਦਲ ਕੇ ਆ ਕੇ ਸੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਗਏ ਸਨ ਜੀ। ਆਪਣੇ ਵੱਡੇ ਭਾਗ ਸਮਝਦੇ ਸਨ ਗੁਰੂ ਨਾਨਕ ਸਾਹਿਬ ਨੇ ਲੰਗਰ ਲਾਇਆ। ਹਾਂਜੀ, ਕਰੈ ਕੋਲਾਹਲ ਅਨਕ ਪ੍ਰਕਾਰਾ, ਉਹ ਕਈ ਪ੍ਰਕਾਰ ਦੇ ਨਾਲ ਮੰਗਲਾਚਾਰ ਕਰਦੇ ਆ, ਮਹਾਰਾਜ ਜੀ ਦਾ ਜਸ ਕਰਦੇ ਆ ਦੇਵਤੇ। ਜੈ ਜੈ ਧੁਨ ਸੁਰ ਊਚ ਉਚਾਰਾ, ਤੇ ਹੈ ਸਭ ਜਗ ਭਇਓ, ਜੈ ਜੈ ਸੁਰ ਲੋਕ। ਪਿਆਰਿਓ, ਸੁਰ ਲੋਕ ਵਿੱਚ ਜੈ ਜੈਕਾਰ ਹੋਣ ਲੱਗ ਪਈ। ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਪ੍ਰੇਮੀ ਕਰਨ ਲੱਗ ਪਏ ਜੀ। ਹਾਂਜੀ, ਪ੍ਰੇਮੀ ਕੌਣ ਜੀ? ਦੇਵਤੇ। ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ, ਤੇਰੀ ਉਪਮਾ ਤੋਹੇ ਬਨ ਆਵੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਦੇਵਤੇ ਵੀ ਮਹਾਰਾਜ ਦਾ ਜਸ ਕਰ ਰਹੇ ਆ। ਹਾਂਜੀ, ਜੇ ਦੇਵਤੇ ਜਸ ਕਰਨ ਦੇ, ਅਸੀਂ ਤੇ ਗੁਰੂ ਜੀ ਦੇ ਸਿੱਖ ਹਾਂ ਜੀ, ਤੇ ਸਿੱਖ ਚੁੱਪ ਹੀ ਬੈਠਾ ਰਹੇ ਜੀ। ਪ੍ਰੇਮ ਨਾਲ ਕਹੋ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ, 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 ਤੇਰੀ ਉਪਮਾ ਤੋਹੇ ਬਨ ਆਵੇ,
ਤੇਰੀ ਉਪਮਾ ਤੋਹੇ ਬਨਿਆ। ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ। ਕਰੈ ਕੁਲਾਹਲ ਅਨੇਕ ਪ੍ਰਕਾਰਾ, ਜੈ ਜੈ ਧੁਨ ਸੁਰ ਊਚ ਉਚਾਰਾ। ਦੇਵਤੇ ਨੇ ਵੀ ਮੂੰਹ ਵਿੱਚ ਹੀ ਕਹਿ ਰਹੇ ਆ, ਉੱਚੀ ਉੱਚੀ ਮਹਾਰਾਜ ਦਾ ਜਸ ਕਰ ਰਹੇ ਜੀ। ਮਹਾਰਾਜ ਧੰਨ ਹੋ ਤੁਸੀਂ ਸੱਚੇ ਪਾਤਸ਼ਾਹ, ਥੱਲੇ ਇਸ ਸੰਸਾਰ ਵਿੱਚ ਦੁਨੀਆ ਨੂੰ ਉਤਾਰਿਆ, ਹੁਣ ਸਾਨੂੰ ਨਿਹਾਲ ਕਰ ਰਹੇ ਹੋ। ਹਾਂਜੀ, ਮੰਗਲ ਕਰਤ ਅਨੇਕ ਪ੍ਰਕਾਰਨ, ਬੜੇ ਤਰ੍ਹਾਂ ਦੇ ਮਹਾਰਾਜ ਗਰੀਬ ਨਵਾਜ ਜੀ ਦੇ ਮੰਗਲ ਕਰਦੇ ਜੀ ਉਹ ਜੀ। ਹਾਂਜੀ, ਗਾਏ ਅਪਸਰਾ ਪੂਜਾ ਉਸਾਰਨ। ਕਹਿੰਦੇ ਅਪਸਰਾਂ ਜਿਹੜੀਆਂ ਨਾ ਉਹ ਵੀ ਮਹਾਰਾਜ ਜੀ ਦੀਆਂ ਸਿਫਤਾਂ ਦੇ ਗੀਤ ਗਾਉਂਦੀਆਂ ਜੀ, ਖੁਸ਼ੀਆਂ ਸਿਫਤਾਂ ਦੇ ਗੀਤ ਗਾਉਂਦੀਆਂ ਜੀ। ਹਾਂਜੀ, ਗਣ ਮਣੀਅਨ ਕੇ ਖਚਤ ਵਿਸਾਲਾ, ਆਏ ਬਿਮਾਨ ਸੋ ਕਰਤ ਉਜਾਲਾ। ਹੀਰੇ ਜਵਾਹਰਾਤ ਮਣੀਆਂ ਸੋਨਾ ਹੀਰਾ ਉਹਦੇ ਨਾਲ ਜੜਿਆ ਪਿਆ ਬਿਬਾਨ ਆਇਆ ਜੀ ਇੱਕ ਮਹਾਰਾਜ ਵਾਸਤੇ ਜੀ। ਹਾਂਜੀ, ਤਿਸ ਪਰ ਸਤਿਗੁਰ ਤਬ ਆਰੋਹੇ। ਹੁਣ ਇਹ ਗੁਪਤ ਖੇਡ ਵਰਤਦੀ ਜੀ। ਜਦੋਂ ਮਨਮੁਖ ਨੂੰ ਜੰਮ ਮਾਰਦੇ ਹੋਏ ਲੈ ਕੇ ਜਾਂਦੇ ਸੰਗਲਾਂ ਦੇ ਨਾਲ, ਉਹ ਕਿਹੜਾ ਕਿਸੇ ਨੂੰ ਵੇਖਦੇ ਹੈ ਜੀ। ਇਹ ਗੁਪਤ ਖੇਡ ਵਰਤਦੀ। ਮਹਾਰਾਜ ਸੱਚੇ ਪਾਤਸ਼ਾਹ ਉਸ ਬਿਬਾਨ ਦੇ ਵਿੱਚ ਸੱਜ ਗਏ ਹੈ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ, ਕੋਟ ਕਾਮ ਛਬ ਪਿਖ ਸਭ ਮੋਹੇ। ਇੰਨਾ ਸੋਹਣਾ ਮਹਾਰਾਜ ਦਾ ਸਰੂਪ ਤੇ ਏਡਾ ਜਾਹੋ ਜਲਾਲ, ਕਰੋੜਾਂ ਕਾਮਦੇਨ ਵੀ ਵਾਹਿਗੁਰੂ ਕਾਮਦੇਵ ਹੈ ਨਾ ਜਿਹੜੇ, ਉਹ ਵੀ ਮਹਾਰਾਜ ਦੇ ਉਸ ਜਲਾਲ ਅੱਗੇ ਫਿੱਕੇ ਪੈਂਦੇ ਜੀ। ਹਾਂਜੀ, ਜੈ ਜੈ ਧੁਨ ਠਾਨਤ ਸਭ ਬੰਦੈ। ਸਭ ਦੇਵਤੇ ਜੈ ਜੈਕਾਰਾਂ ਕਰਦੇ, ਮੱਥੇ ਟੇਕਦੇ ਮਹਾਰਾਜ ਨੂੰ। ਹਾਂਜੀ, ਦਰਸ਼ਨ ਦੇਖਤ ਹਿਰਦੇ ਆਨੰਦੈ। ਤੇ ਸਾਧ ਸੰਗਤ ਦੀ ਦਰਸ਼ਨ ਕਰਦੇ ਆ, ਹਿਰਦੇ 'ਚ ਆਨੰਦ ਧਾਰਨ ਕਰਦੇ ਆ। ਬ੍ਰਹਮਾ ਵਰਗੇ ਦੇਵਤੇ, ਕ੍ਰਿਸ਼ਨ ਜੀ ਵਰਗੇ ਦੇਵਤੇ, ਸ਼ਿਵ ਜੀ ਮਹਾਰਾਜ ਵਰਗੇ ਦੇਵਤੇ ਜਿਹੜੇ ਆ ਨਾ, ਉਹ ਵੀ ਮਹਾਰਾਜ ਦੇ ਬਿਬਾਨ ਨੂੰ ਮੋਢਾ ਲਾਉਂਦੇ ਆ, ਕਿਉਂਕਿ ਕਲਯੁਗ ਦੀ ਮਾਲਕੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਦਰ ਕੋਲ ਜੀ। ਉਹ ਹੁਣ ਅੱਗੋਂ ਕਿਵੇਂ ਮਹਾਰਾਜ ਸੱਚਖੰਡ ਜਾ ਰਹੇ ਆ, ਤੇ ਸੰਸਾਰ ਦੇ ਵਿੱਚ ਕਿਵੇਂ ਇੱਧਰ ਧਰਤੀ ਤੇ ਕੀ ਵਰਤਾਰਾ ਵਰਤਦਾ ਹੈ, ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਬੇਨਤੀਆਂ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।